बिहार च रहे, उत्थे इन्हां नूं बहुत तशद्दुद जुल्म किया इन्हां उपर, इन्हां दे नौं खिच्चे, इन्हां दे सैल विच सप्प भी छड्डे गए। ते नॉलेज बहुत है, स्टडी इन्हां दी 3 घंटे की रोज़ की है। हुण भी थके टुटे आउंदे ने, आके 2 घंटे रात नूं इन्हां ने स्टडी करनी करनी है। ਜਾਂ ਜ਼ਮੀਨ ਦੀ ਲੈ ਲਓ, ਪਾਣੀ ਦੀ ਲੈ ਲਓ, ਚੰਡੀਗੜ੍ਹ ਦੀ ਲੈ ਲਓ, ਪੰਜਾਬੀ ਬੋਲਦੇ ਇਲਾਕੇ ਲੈ ਲਓ। ਆਪਣੇ ਯੂਪੀ ਦੇ ਵੀ ਰਿਸ਼ੀਕੇਸ਼ ਦੇ ਕੋਲੋਂ ਬਣਾ ਕੇ ਸਾਰਾ ਹਰਿਮੰਦਰ ਸਾਹਿਬ ਦਾ ਮਾਡਲ, ਉਹਦੇ ਪਰ ਉਹ ਮਹੀਨਾ 1 ਮਹੀਨਾ ਟ੍ਰੇਨਿੰਗ ਕਰਦੇ ਰਹੇ ਆਪਣੇ ਫੌਜੀਆਂ ਤੋਂ ਵੀ ਇਸ ਤਰ੍ਹਾਂ ਹਮਲਾ ਕਰਨਾ। ਇਸ ਤਰ੍ਹਾਂ ਉਹ ਇੱਕ ਵੈਲ ਪਲਾਨਡ ਸੀ ਉਹ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੁਣ ਸੰਗਰੂਰ ਦੇ MP ਬਣ ਚੁੱਕੇ ਨੇ। ਹਾਲ ਹੀ ਦੇ ਵਿੱਚ ਜਿਹੜੀਆਂ ਸੰਗਰੂਰ ਦੀਆਂ ਜਿਮਨੀ ਚੋਣਾਂ ਹੋਈਆਂ, ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਪ੍ਰਾਪਤੀ ਹਾਸਲ ਹੋਈ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਰਾ ਕੇ ਸੰਗਰੂਰ ਤੋਂ MP ਬਣ ਚੁੱਕੇ ਨੇ। ਅੱਜ ਸਿਮਰਨਜੀਤ ਸਿੰਘ ਮਾਨ ਦੇ ਜੀਵਨ ਬਾਰੇ ਗੱਲ ਕਰਾਂਗੇ। ਉਹਨਾਂ ਦੀ ਲਾਈਫ ਹੈ ਜਿਹੜੀ ਉਹ ਕਿਸ ਤਰੀਕੇ ਦੀ ਸੀ ਕਿ ਪਿਛੋਕੜ 'ਚ ਝਾਤੀ ਮਾਰਾਂਗੇ। ਅਸੀਂ ਅੱਜ ਉਹਨਾਂ ਦੇ ਜੱਦੀ ਘਰ ਜੱਦੀ ਪਿੰਡ ਪਹੁੰਚੇ ਜਿੱਥੇ ਉਹਨਾਂ ਦਾ ਘਰ ਹੈਗਾ। ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਦੇ ਕੋਲੇ ਤਲਾਣੀਆਂ ਪਿੰਡ ਹੈ, ਉੱਥੇ ਜਿਹੜਾ ਉਹਨਾਂ ਦੀ ਰਿਹਾਇਸ਼ ਹੈ ਜਿਹੜੀ ਕਿਲ੍ਹਾ ਸਰਦਾਰ ਹਰਨਾਮ ਸਿੰਘ ਹੈ, ਉੱਥੇ ਅਸੀਂ ਇਸ ਵੇਲੇ ਮੌਜੂਦ ਹਾਂ। ਸੋ ਤੁਹਾਨੂੰ ਇੱਥੋਂ ਦਾ ਦਿਖਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਰਿਹਾਇਸ਼ ਬਣੀ ਹੋਈ ਹੈ ਤੇ ਗੱਲਬਾਤ ਵੀ ਕਰਾਂਗੇ। ਸਭ ਤੋਂ ਪਹਿਲਾਂ ਮੇਰੇ ਸਹਿਯੋਗੀ ਦਿਦਾਰ ਸਿੰਘ ਗੁਰਨਾ ਮੇਰੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਹਾਂ। ਗੁਰਨਾ ਜੀ, ਮਾਨ ਸਾਹਿਬ ਦਾ ਜ਼ਿਕਰ ਲਗਾਤਾਰ ਚੱਲ ਰਿਹਾ, MP ਬਣ ਚੁੱਕੇ ਨੇ, ਤੇ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਪੁੱਛੂੰਗਾ ਵੀ ਤੁਸੀਂ ਦੱਸੋ ਵੀ ਆਪਾਂ ਉਹਨਾਂ ਦੇ ਜੱਦੀ ਘਰੇ ਪਹੁੰਚੇ ਆ, ਇਹ ਐਗਜ਼ੈਕਟਲੀ ਕਿੱਥੇ ਪੈਂਦਾ ਜੀ? ਇਹ ਤਲਾਣੀਆਂ ਪਿੰਡ ਪੈਂਦਾ ਜੀ, ਕਿਲ੍ਹਾ ਸਰਦਾਰ ਹਰਨਾਮ ਸਿੰਘ ਜੋ ਮਾਨ ਸਾਹਿਬ ਦੀ ਰਿਹਾਇਸ਼ ਹੈ। ਕਿਲ੍ਹਾ ਸਰਦਾਰ ਹਰਨਾਮ ਸਿੰਘ ਵੱਜਦਾ ਫਤਿਹਗੜ੍ਹ ਸਾਹਿਬ ਤੋਂ, ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ 1.5 ਕਿਲੋਮੀਟਰ, ਤੇ ਇੱਧਰ ਬਸੀ ਪਠਾਣਾ ਤੋਂ ਵੀ ਲਗਭਗ 1.5 ਕਿਲੋਮੀਟਰ ਸੈਂਟਰ ਦੇ ਵਿੱਚ ਪੈਂਦਾ। ਨੈਸ਼ਨਲ ਹਾਈਵੇ ਤੋਂ ਜੋ ਸਰਹੰਦ ਹੈਗਾ ਉੱਥੋਂ ਇਹ ਲਗਭਗ 7.5 ਕਿਲੋਮੀਟਰ ਇਹ ਪੈਂਦਾ। ਜੋ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਮਰੰਡੇ ਅੱਗੇ ਰੋਪੜ ਨੂੰ ਸੜਕ ਜਾ ਰਹੀ ਹੈ, ਉਹਦੇ ਪਰ ਇਹ ਜਿਹੜੀ ਪਲੇਸ ਹੈ ਉੱਥੇ। ਤੇ ਜੇ ਉਵੇਂ ਹਲਕੇ ਵਾਈਜ਼ ਆਪਾਂ ਗੱਲ ਕਰੀ ਤਾਂ ਫਤਿਹਗੜ੍ਹ ਸਾਹਿਬ ਹਲਕੇ 'ਚ ਆ ਜਾਂਦਾ ਜੀ? ਜੀ ਬਿਲਕੁਲ। ਮਾਨ ਸਾਹਿਬ ਦੀ ਗੱਲ ਕੀਤੀ ਜਾਵੇ, ਕਿਉਂਕਿ ਇਹ ਸਾਰਿਆਂ ਨੂੰ ਜ਼ਰੂਰ ਪਤਾ ਹੈ ਵੀ ਉਹ IPS ਅਫਸਰ ਸੀਗੇ, ਕਿਹੜੇ ਬੈਚ ਦੇ ਸੀਗੇ ਤੇ ਉਹਦੇ ਬਾਰੇ ਥੋੜਾ ਦੱਸੋ, ਕਿੱਥੋਂ ਉਹਨਾਂ ਦੀ ਪੜ੍ਹਾਈ ਹੋਈ? ਮਾਨ ਸਾਹਿਬ 64 ਬੈਚ ਦੇ ਜਿਹੜੇ ਹੈਗੇ ਨੇ, 50 ਕਾਡਰ ਦੇ IPS ਸੀਗੇ। ਮਾਨ ਸਾਹਿਬ ਨੇ ਜਿਹੜੀ ਮੁੱਢਲੀ ਮਾਨ ਸਾਹਿਬ ਦਾ ਜਿਹੜਾ ਫੈਮਿਲੀ ਸੀਗੀ 47 ਦੇ ਵਿੱਚ ਮਾਈਗ੍ਰੇਟ ਹੋ ਕੇ ਪਾਕਿਸਤਾਨ ਤੋਂ ਇੱਧਰ ਆਈ ਸੀ। ਮਾਨ ਸਾਹਿਬ ਦਾ ਜਿਹੜਾ ਜਨਮ ਹੈ ਉਹ 1945 ਦੇ। 2 ਸਾਲ ਦੇ ਸੀ ਮਾਨ ਸਾਹਿਬ ਵੰਡ ਵੇਲੇ, ਜਦੋਂ ਉਹਨਾਂ ਨੂੰ ਜਿਹੜੀ ਜਗ੍ਹਾ ਇਹ ਉਰੇ ਤਲਾਣੀਆਂ ਪਿੰਡ ਦੇ ਵਿੱਚ ਅਲਾਟ ਹੋਈ। ਜਿੰਨੇ ਲੋਕ ਇਹਨਾਂ ਦੇ ਨਾਲ ਉਸ ਟਾਈਮ ਆਏ ਸੀ ਮਾਈਗ੍ਰੇਟ ਹੋ ਕੇ, ਉਹਨਾਂ ਨੂੰ ਵੀ ਮਾਨ ਸਾਹਿਬ ਨੇ ਜੋ ਇੱਥੇ ਜਗ੍ਹਾ ਨਾਲ ਸੀਗੀ ਉਹਨਾਂ ਨੂੰ ਪਿੱਛੇ ਆਪਣੇ ਸਾਰੀ ਜਗ੍ਹਾ ਦੇ ਵਿੱਚ ਵਸਾਇਆ, ਜਿੰਨੇ ਵੀ ਪਰਿਵਾਰ ਆਏ ਸੀ। ਤੇ ਉਸ ਤੋਂ ਬਾਅਦ 64 ਦੇ ਵਿੱਚ ਜਿਹੜੇ ਮਾਨ ਸਾਹਿਬ IPS ਸਿਲੈਕਟ ਹੋਏ। ਜਿਹੜੀ ਮੁੱਢਲੀ ਸਿੱਖਿਆ ਉਹਨਾਂ ਨੇ ਉਹ ਸ਼ਿਮਲਾ ਤੋਂ ਹੋਈ ਉਹਨਾਂ ਦੀ। ਉਸ ਤੋਂ ਬਾਅਦ ਗਵਰਨਮੈਂਟ ਕਾਲਜ ਚੰਡੀਗੜ੍ਹ ਤੋਂ ਉਹਨਾਂ ਨੇ BA ਆਨਰਸ ਕੀਤੀ। ਉਸ ਤੋਂ ਬਾਅਦ ਉਹ IPS ਸਿਲੈਕਟ ਹੋਏ। ਪਾਕਿਸਤਾਨ 'ਚ ਸੀਗਾ ਕਿਉਂਕਿ ਪਹਿਲਾਂ ਜਿਹੜਾ ਪਿੰਡ ਸੀਗਾ, ਕਿਹੜਾ ਪਿੰਡ ਸੀਗਾ ਜੀ ਵੰਡ ਤੋਂ ਪਹਿਲਾਂ ਦੀ? ਸੇਖੂਪੁਰਾ ਪਿੰਡ ਸੀ ਮਾਨ ਸਾਹਿਬ ਦਾ। ਤੇ ਉਸ ਤੋਂ ਬਾਅਦ ਇੱਥੇ ਆਏ, 2 ਸਾਲ ਦੇ ਸੀਗੇ। ਫਿਰ ਜਿਹੜੀ ਇਹ ਪੜ੍ਹਾਈ ਉਹ ਕਿੱਥੋਂ ਹੋਈ ਜੀ, ਸਕੂਲਿੰਗ ਵਗੈਰਾ ਤੇ ਸਕੂਲਿੰਗ ਤੇ ਗ੍ਰੈਜੂਏਸ਼ਨ? ਪਹਿਲੇ ਹੀ ਜਿਹੜੀ ਉਹਨਾਂ ਨੇ ਮੇਨ ਸਟੱਡੀ ਉਹ ਸ਼ਿਮਲਾ ਤੋਂ ਹੋਈ, ਕਿਉਂਕਿ ਬਹੁਤ ਵੱਡਾ ਪਰਿਵਾਰ ਸੀ ਪਾਕਿਸਤਾਨ ਦੇ ਵਿੱਚ। ਤੇ ਉਰੇ ਆ ਕੇ ਵੀ ਉਹਨਾਂ ਨੂੰ ਮਤਲਬ ਉਹਨਾਂ ਤਾਂ ਨਹੀਂ, ਪਰ ਉਰੇ ਵੀ ਜਿਹੜੀ ਸਰਕਾਰ ਮਾਈਗ੍ਰੇਟ ਹੋਣ ਤੋਂ ਬਾਅਦ ਸਰਕਾਰ ਨੇ ਕਾਫੀ ਜਿਹੜੀ ਜਾਇਦਾਦ ਸੀ ਉਹਨਾਂ ਨੂੰ ਉਧਰ ਦੇ ਹਿਸਾਬ ਨਾਲ ਦਿੱਤੀ ਗਈ। ਸੋ ਉਸ ਤੋਂ ਬਾਅਦ ਜਿਹੜੀ ਹਾਇਰ ਐਜੂਕੇਸ਼ਨ ਫਿਰ ਉਹਨਾਂ ਨੇ ਚੰਡੀਗੜ੍ਹ ਗਵਰਨਮੈਂਟ ਕਾਲਜ ਚੰਡੀਗੜ੍ਹ ਤੋਂ BA ਆਨਰਸ ਕੀਤੀ। ਸੋ ਹੁਣ ਇੱਥੇ ਕਿਲ੍ਹਾ ਹਰਨਾਮ ਸਿੰਘ ਆ ਜਿਹੜਾ ਆਪਾਂ ਜਿੱਥੇ ਇਸ ਵੇਲੇ ਮੌਜੂਦ ਹੈਗੇ ਆ, ਇੱਥੇ ਉਹਨਾਂ ਦਾ ਘਰ ਵੀ ਹੈ, ਜੱਦੀ ਘਰ ਵੀ ਹੈ, ਤੇ ਆਫਿਸ ਵੀ ਜਿਹੜਾ ਇੱਥੇ ਬਣਿਆ ਹੈਗਾ, ਮੇਨ ਆਫਿਸ ਹੈ ਪਾਰਟੀ ਦਾ, ਮੁੱਖ ਦਫ਼ਤਰ ਹੈ ਜੀ? ਮੁੱਖ ਦਫ਼ਤਰ ਪਾਰਟੀ ਦਾ ਹੈ। ਮਾਨ ਸਾਹਿਬ ਦੀ ਜਿਹੜੀ ਰਿਹਾਇਸ਼ ਹੈ ਪਹਿਲਾਂ ਤੋਂ 1947 ਤੋਂ ਜਿਹੜੀ ਰਿਹਾਇਸ਼ ਹੈ ਉਹ ਪੱਕੀ ਉਹਨਾਂ ਨੇ ਇੱਥੇ ਰੱਖੀ ਹੋਈ ਹੈ। ਜੱਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਬਣਾਇਆ, ਜਦ ਤੋਂ ਜਿਹੜਾ ਪੱਕਾ ਪਾਰਟੀ ਦਫ਼ਤਰ ਹੈ ਉਹ ਇੱਥੇ ਹੀ ਹੈ। ਸਾਰੇ ਜਿਹੜੇ ਲੋਕ ਮਿਲਣ ਗਿਲਣ ਲਈ ਆਉਂਦੇ ਨੇ ਉਹ ਸਾਰੇ ਇੱਥੇ ਹੀ ਆਉਂਦੇ ਨੇ। ਬਾਕੀ ਮਾਨ ਸਾਹਿਬ ਦੀਆਂ ਰਿਹਾਇਸ਼ਾਂ ਸ਼ਿਮਲਾ, ਡਲਹੌਜੀ, ਹੋਰ ਕਈ ਜਗ੍ਹਾ ਰਿਹਾਇਸ਼ਾਂ ਨੇ, ਪਰ ਪਰਮਾਨੈਂਟ ਉਹ ਇੱਥੇ ਹੀ ਰਹਿੰਦੇ ਨੇ।
ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਹੁਣ ਪਿਛੋਕੜ ਦੇ ਬਾਰੇ ਗੱਲਬਾਤ ਕਰਾਂਗੇ ਪੂਰਾ। ਹਿਸਟਰੀ ਜਿਹੜੀ ਹੈ ਉਹ ਕੀ ਰਹੀ ਹੈ ਤੇ ਬਜ਼ੁਰਗਾਂ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਇਕਬਾਲ ਸਿੰਘ ਟਿਵਾਣਾ ਮੌਜੂਦ ਨੇ ਜੋ ਬਹੁਤ ਸਮੇਂ ਤੋਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜੇ ਹੋਏ ਨੇ। ਟਿਵਾਣਾ ਸਾਹਿਬ ਸਵਾਗਤ ਹੈ ਬਾਬੂਸ਼ਾਹੀ ਤੇ। ਬਾਬੂਸ਼ਾਹੀ ਦਾ ਆਪ ਜੀ ਸਾਰਿਆਂ ਨੂੰ ਰਿਪਰੈਜ਼ੈਂਟੇਟਿਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਿਵਾਣਾ ਸਾਹਿਬ ਪਹਿਲਾਂ ਤਾਂ ਮਾਨ ਸਾਹਿਬ ਦਾ ਜ਼ਿਕਰ ਹੋ ਰਿਹਾ ਹੈ, ਮੈਂ ਚਾਹੂੰਗਾ ਵੀ ਤੁਸੀਂ ਉਹਨਾਂ ਦੇ ਪਿਛੋਕੜ ਬਾਰੇ ਦੱਸੋ, ਉਹਨਾਂ ਦੀ ਫੈਮਿਲੀ ਬਾਰੇ, ਫੈਮਿਲੀ ਦਾ ਬੈਕਗ੍ਰਾਉਂਡ ਕਿਵੇਂ ਦਾ ਸੀਗਾ, ਉਹਨਾਂ ਦੇ ਬਜ਼ੁਰਗਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਕੀ ਪ੍ਰਾਪਤੀਆਂ ਸੀਗੀਆਂ, ਫਿਰ ਆਪਾਂ ਮਾਨ ਸਾਹਿਬ ਦੀ ਗੱਲ ਕਰਾਂਗੇ। ਮਾਨ ਸਾਹਿਬ ਦੇ ਜਿਹੜੇ ਬਜ਼ੁਰਗ ਸਾਹਿਬ ਜੋਗਿੰਦਰ ਸਿੰਘ ਮਾਨ ਪੁਰਾਤਨ ਪੰਜਾਬ ਵਿੱਚ ਸਿਆਲਕੋਟ ਡਿਸਟ੍ਰਿਕਟ ਸ਼ੇਖੂਪੁਰਾ ਡਿਸਟ੍ਰਿਕਟ ਸਿਆਲਕੋਟ ਦੇ ਰਹਿਣ ਵਾਲੇ ਸਨ। ਉਦੋਂ ਜਦੋਂ ਵੰਡ ਹੋਈ ਹੈ ਸਾਧ ਸਿਮਰਨਜੀਤ ਸਿੰਘ ਮਾਨ ਕੇਵਲ 2 ਸਾਲ ਦੇ ਸਨ। ਇੱਧਰ ਆ ਕੇ ਜਦੋਂ ਇਹ ਵਸੇ ਨੇ, ਉੱਧਰ 22,000 ਏਕੜ ਇਹਨਾਂ ਦੀ ਜ਼ਮੀਨ ਸੀਗੀ ਪਾਕਿਸਤਾਨ ਦੇ ਵਿੱਚ। ਇੱਧਰ ਆ ਕੇ ਤਾਂ ਬਹੁਤ ਘੱਟ ਹਿੱਸਾ ਮਿਲਿਆ ਇਹਨਾਂ ਨੂੰ। ਆ ਇੱਥੇ ਕਿਲ੍ਹਾ ਹਰਨਾਮ ਸਿੰਘ ਆ ਕੇ ਇੱਥੇ 100 ਏਕੜ ਮਿਲਿਆ ਸੀ ਇਹਨਾਂ ਨੂੰ। ਇੱਥੇ ਇਹਨਾਂ ਨੇ ਵਸਾਇਆ। ਇਹਨਾਂ ਨਾਲ ਜਿਹੜੇ ਫੈਮਿਲੀ 50 ਪਰਿਵਾਰ ਆਏ ਸੀਗੇ ਉੱਥੋਂ, ਉਹ ਇਹਨਾਂ ਨੇ ਇੱਥੇ ਆਪਣੀ ਜ਼ਮੀਨ ਵਿੱਚ ਫ੍ਰੀ ਆਫ ਕਾਸਟ ਦੇ ਕੇ ਉਹਨਾਂ ਨੂੰ ਇੱਥੇ ਵਸਾਇਆ ਆਪਣੇ ਨਾਲ। ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ, ਆਪਣੀ ਜ਼ਮੀਨ ਵਿੱਚ ਉਹਨਾਂ ਨੂੰ ਵਸਾਇਆ। ਉਹ ਸਾਰੇ ਪਰਿਵਾਰ ਇੱਥੇ ਵਸਦੇ ਨੇ ਇਸ ਟਾਈਮ। ਹਾਂਜੀ, ਤੁਸੀਂ ਗੱਲ ਕੀਤੀ ਹੈ ਇਹਨਾਂ ਦੇ ਫਾਦਰ ਸਾਹਿਬ ਦੀ ਜੋਗਿੰਦਰ ਸਿੰਘ ਮਾਨ ਜੀ ਦੀ, ਉਹਨਾਂ ਦਾ ਕਿਵੇਂ ਕਿਵੇਂ ਯੋਗਦਾਨ ਰਿਹਾ? ਉਹ ਮਿਨਿਸਟਰ ਵੀ ਸੀਗੇ ਦੱਸਿਆ ਜਾਂਦਾ, ਕਿੱਥੇ ਮਿਨਿਸਟਰ ਸੀਗੇ ਤੇ ਕੀ ਕੀ ਪ੍ਰਾਪਤੀਆਂ ਉਹਨਾਂ ਦੀਆਂ ਰਹੀਆਂ? ਉਹ ਜਦੋਂ ਪੁਰਾਤਨ ਪੰਜਾਬ ਵਿੱਚ ਉਹ ਵਜ਼ੀਰ ਸੀਗੇ ਉੱਥੇ ਪਾਕਿਸਤਾਨ ਦੇ ਵਿੱਚ। ਉੱਥੇ ਜਿਹੜੀਆਂ ਸਿਰਕੱਢ ਫੈਮਲੀਆਂ ਸੀ ਉਹਨਾਂ ਵਿੱਚੋਂ ਇੱਕ ਫੈਮਿਲੀ ਇਹ ਮਾਨ ਸਾਹਿਬ ਦੀ ਫੈਮਿਲੀ ਵੀ ਸੀ, ਕਿਉਂਕਿ ਅੰਗਰੇਜ਼ ਹਕੂਮਤ ਸਮੇਂ ਇਹਨਾਂ ਨੂੰ ਸਾਰੇ ਭਰਤੀ ਦੇ ਲਗਾਨ ਇਕੱਠਾ ਕਰਨ ਦੀ ਸਾਰੀ ਜ਼ਿੰਮੇਵਾਰੀ ਸਾਧ ਜੋਗਿੰਦਰ ਸਿੰਘ ਮਾਨ ਸੀ। ਇਹ ਇਲਾਕੇ ਦੇ ਸਾਰੇ ਬੰਦਿਆਂ ਨੂੰ ਭਰਤੀ ਵੀ ਕਰਦੇ ਸੀ, ਲਗਾਨ ਵੀ ਸਾਰਾ ਇਕੱਠਾ ਕਰਦੇ ਸੀ। ਬਹੁਤ ਵੱਡਾ ਰੁਤਬਾ ਸੀਗਾ। ਇੱਧਰ ਆਉਣ ਤੋਂ ਬਾਅਦ ਇਹ ਜਦੋਂ ਇੱਥੇ ਵਸੇ ਆ ਕੇ ਫਿਰ ਇਹ ਪੰਜਾਬ ਦੇ ਸਪੀਕਰ ਵੀ ਰਹੇ ਹਨ ਸਾਧ ਜੋਗਿੰਦਰ ਸਿੰਘ ਮਾਨ। ਲੰਮਾ ਸਮਾਂ ਇੱਕ ਟਰਮ 5 ਸਾਲ ਟਰਮ ਹੀ ਰਿਹਾ। ਉਸ ਤੋਂ ਬਾਅਦ ਫਿਰ ਇਹ ਸਾਧ ਸਿਮਰਨਜੀਤ ਸਿੰਘ ਮਾਨ ਜਦੋਂ ਜਵਾਨ ਹੋ ਗਏ, ਫਿਰ ਇਹਨਾਂ ਨੇ ਉੱਥੇ ਸ਼ਿਮਲੇ ਆਪਣੇ BSP ਜਿਹੜੇ ਸਕੂਲ ਆ ਉਹਦੇ ਵਿੱਚ ਇਹਨਾਂ ਨੂੰ ਪੜ੍ਹਾਈ ਵਿੱਚ ਪਾਇਆ। ਬਹੁਤ ਇੰਟੈਲੀਜੈਂਟ ਸਨ, ਸ਼ੁਰੂ ਤੋਂ ਹੀ ਸੰਸਕਾਰਿਕ ਸੀ ਇਹ। ਸਾਰੇ ਖਾਨਦਾਨੀ ਵੱਡਾ ਉੱਚ ਰਵਾਇਤ ਦੀ ਖਾਨਦਾਨੀ ਇਹਨਾਂ ਦੇ ਵਿੱਚ ਸੀਗੀ। ਸਾਰੇ ਉਹਨਾਂ 'ਚ ਕੁਆਲਿਟੀਆਂ ਸੀਗੀ ਸਾਰੀਆਂ। ਅਤੇ ਉੱਥੋਂ ਇਹ ਆਪਣੀ ਵਿੱਦਿਆ ਪ੍ਰਾਪਤ ਕਰਕੇ ਸ਼ਿਮਲੇ ਤੋਂ ਫਿਰ ਇਹ ਚੰਡੀਗੜ੍ਹ ਗੌਰਮੈਂਟ ਕਾਲਜ ਵਿਖੇ ਆਏ। ਉੱਥੇ ਇਹਨਾਂ ਨੇ BA ਔਨਰਸ ਕੀਤੀ ਹੈ ਬਹੁਤ ਚੰਗੇ ਨੰਬਰਾਂ 'ਚ। ਉਸ ਤੋਂ ਬਾਅਦ ਇਹਨਾਂ IPS ਜੁਆਇਨ ਕੀਤਾ। ਉਹਦੇ ਵਿੱਚ ਇਹਨਾਂ ਨੇ ਟੌਪ ਆਪਣਾ ਪਾਸ ਕਰਕੇ ਫਿਰ IPS ਅਫਸਰ ਬਣੇ। ਉਸ ਤੋਂ ਬਾਅਦ ਫਿਰ ਇੱਥੇ ਫਿਰੋਜ਼ਪੁਰ, ਫਰੀਦਕੋਟ, ਲੁਧਿਆਣਾ ਰਹਿੰਦੇ ਰਹੇ। SSP ਰਹੇ, SP ਰਹੇ, ਕਾਫੀ ਬਦਲਦੇ ਰਹੇ। ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪ੍ਰਮੋਸ਼ਨ ਹੋਈ ਹੈ ਬਤੌਰ DIG, ਫਿਰ CISF ਬੰਬੇ ਉਹਦੇ ਵਿੱਚ ਬਤੌਰ DIG ਇਹ ਉੱਥੇ ਲਾ ਕੇ ਗਏ। ਕਿਹੜੇ ਸੰਨ ਦੀ ਗੱਲ ਹੈ ਜੀ? ਇਹ 84 ਤੋਂ 83 ਤੋਂ ਪਹਿਲਾਂ 83 ਜਾਂ 84 ਦੇ ਵਿੱਚ ਗਏ ਆ ਉੱਥੇ। ਕੋਈ 84 ਵਿੱਚ ਫਿਰ ਬਲੂ ਸਟਾਰ ਐਕਸ਼ਨ ਹੋ ਗਿਆ ਸਾਡੇ ਦਰਬਾਰ ਸਾਹਿਬ ਤੇ। ਸਾਰਾ ਇੰਦਰਾ ਗਾਂਧੀ ਨੇ ਹਮਲਾ ਕਰਤਾ। ਉਹਦੀ ਇਹਨਾਂ ਨੂੰ ਬਹੁਤ ਵੱਡਾ ਸ਼ੌਕ ਲੱਗਿਆ, ਸਾਰੀ ਕੌਮ ਨੂੰ ਲੱਗਿਆ। ਇਹਨਾਂ ਨੈਚੁਰਲੀ ਇਹ ਵੀ ਇੱਕ ਸਿੱਖ ਫੈਮਿਲੀ ਵਿੱਚੋਂ ਸਨ ਤੇ ਬੜੇ ਗੁਰਸਿੱਖ ਸਨ ਤੇ ਉਹਦੇ ਕਰਕੇ ਇਹਨਾਂ ਦੇ ਮਨ ਨੂੰ ਬੜਾ ਸ਼ੌਕ ਲੱਗਿਆ। ਇਹਨਾਂ ਨੇ 20 ਦਿਨ ਆਪਣੇ ਮਨ ਨਾਲ ਕਸ਼ਮਕਸ਼ ਕਰਦੇ ਹੋਏ ਵੀ ਇਹ ਬਹੁਤ ਮਾੜਾ ਹੋਇਆ। ਫਿਰ ਇਹਨਾਂ ਨੇ 20 ਦਿਨ ਬਾਅਦ ਰਿਜ਼ਾਈਨ ਦੇ ਕੇ, ਗਿਆਨੀ ਜੈਲ ਸਿੰਘ ਉਦੋਂ ਪ੍ਰੈਜ਼ੀਡੈਂਟ ਸੀ, ਉਹਨਾਂ ਨੂੰ ਲੈਟਰ ਲਿਖਿਆ। ਉਸ ਤੋਂ ਬਾਅਦ ਅੰਡਰਗਰਾਊਂਡ ਹੋ ਗਏ ਰਿਜ਼ਾਈਨ ਦੇ ਕੇ, ਵੀ ਕੋਈ ਮੇਰੇ ਨਾਲ ਕੋਈ ਵਧੀਕੀ ਨਾ ਕਰ ਦੇਣ। ਉਸ ਤੋਂ ਬਾਅਦ ਫਿਰ ਜੋਗਬਾਣੀ ਜੰਗਲਾਂ ਵਿੱਚ ਨੇਪਾਲ ਕ੍ਰੋਸ ਕਰ ਰਹੇ ਸੀਗੇ, ਬਾਹਰ ਜਾ ਰਹੇ ਸੀਗੇ, ਉੱਥੇ ਇਹ ਫੜੇ ਗਏ ਸੀ ਗ੍ਰਿਫਤਾਰ। 5 ਬੰਦੇ ਇਹਨਾਂ ਦੇ ਨਾਲ ਸੀਗੇ। ਭਾਈ ਰਾਮ ਸਿੰਘ ਸੀਗੇ, ਪ੍ਰੋਫੈਸਰ ਜਗਮੋਹਨ ਸਿੰਘ ਟੋਨੀ, ਸਾਧ ਚਰਨ ਸਿੰਘ, ਭਾਈ ਕਮਿੱਕਰ ਸਿੰਘ ਇਹਨਾਂ ਦੇ ਨਾਲ ਸਾਥੀ ਸੀਗੇ, ਉਹ ਵੀ ਨਾਲ ਗ੍ਰਿਫਤਾਰ ਹੋ ਗਏ ਸੀਗੇ। ਉਸ ਤੋਂ ਬਾਅਦ ਫਿਰ ਜੇਲ੍ਹ ਹੋ ਗਈ ਇਹਨਾਂ ਨੇ 1984 ਦੀ। 5 ਸਾਲ ਜੇਲ੍ਹ 'ਚ ਰਹੇ। ਭਾਗਲਪੁਰ ਬਿਹਾਰ 'ਚ ਰਹੇ। ਉੱਥੇ ਇਹਨਾਂ ਨੂੰ ਬਹੁਤ ਤਸ਼ੱਦਦ ਜ਼ੁਲਮ ਕੀਤਾ ਇਹਨਾਂ ਉੱਪਰ। ਇਹਨਾਂ ਦੇ ਨਹੁੰ ਖਿੱਚੇ। ਇਹਨਾਂ ਦੇ ਸੈੱਲ ਵਿੱਚ ਸੱਪ ਵੀ ਛੱਡੇ ਗਏ। ਤੇ ਪਰ ਬਾਣੀ ਬਹੁਤ ਪੜ੍ਹਦੇ ਸੀਗੇ, ਮਹਾਰਾਜ 'ਤੇ ਬੜਾ ਭਰੋਸਾ ਸੀ ਗੁਰੂ ਸਾਹਿਬ 'ਤੇ। ਉਹ ਇਹਨਾਂ ਦਾ ਕੁਝ ਨਹੀਂ ਹੋਇਆ। ਲੇਕਿਨ ਇਹਨਾਂ ਨੇ ਸਿਰੜੀ ਹੋ ਕੇ, ਬੇਸ਼ੱਕ ਇਹ ਮਖਮਲਾਂ ਵਿੱਚ ਰਹਿਣ ਵਾਲੇ ਚੰਗੇ ਗੱਡੀਆਂ ਕਾਰਾਂ 'ਚ ਘੁੰਮਣ ਵਾਲੇ ਸੀਗੇ, ਪਰ ਇਹਨਾਂ ਨੇ ਕੌਮ ਲਈ ਉਸ ਗੱਲ ਦੀ ਪਰਵਾਹ ਨਾ ਕੀਤੇ ਬਿਨਾਂ ਆਪਣੀ ਕੌਮ ਦੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਆਪਣੀ ਸਟਰਗਲ ਕੀਤੀ। ਜੇਲ੍ਹ ਵਿੱਚ ਵੀ ਤੇ ਜੇਲ੍ਹ ਆਉਣ ਤੋਂ ਬਾਹਰ ਵੀ ਨਿਰੰਤਰ ਉਸ 'ਤੇ ਪਹਿਰਾ ਦਿੰਦੇ ਆ ਰਹੇ ਨੇ। ਕੌਮ ਦਾ ਇਹਨਾਂ ਦੇ ਮਨ 'ਚ ਦਰਦ ਹੈ, ਸਮਾਜਿਕ ਦਰਦ ਹੈ, ਇਨਸਾਨੀਅਤ ਦਰਦ ਹੈ। ਉਹਦੇ ਲਈ ਇਹ ਸੰਘਰਸ਼ ਕਰਦੇ ਆ, ਰੈਗੂਲਰ ਸੰਘਰਸ਼ ਕਰਦੇ ਆ ਰਹੇ ਆ। ਭਾਵੇਂ ਇਲੈਕਸ਼ਨਾਂ ਵਿੱਚ ਜਿੱਤਾਂ ਹਾਰਾਂ ਹੋਈਆਂ ਹੋਣ, ਉਹਨਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਸੈਂਟਰ ਟਾਰਗੇਟ 'ਤੇ ਆਪਣੇ ਉਹਦੇ ਪਰ ਕੰਸੈਂਟਰੇਟ ਰਿਹਾ। ਉਹ ਕਦੇ ਪਿੱਛੇ ਨਹੀਂ। ਇਹੀ ਕਾਰਨ ਹੈ ਵੀ ਇੰਨਾ ਚਿਰ ਲੜਨ ਤੋਂ ਬਾਅਦ ਵੀ, ਹਾਰਾਂ ਜਿੱਤਾਂ ਹੋਣ ਤੋਂ ਬਾਅਦ ਵੀ ਹੁਣ ਸੰਗਰੂਰ ਜਿਮਣੀ ਚੋਣ ਵਿੱਚ ਇਹਨਾਂ ਨੂੰ ਗੁਰੂ ਸਾਹਿਬ ਨੇ ਬੜੀ ਫਤਿਹ ਬਖਸ਼ਿਸ਼ ਕੀਤੀ ਹੈ। ਇੱਥੋਂ ਦੀਆਂ ਸੰਗਤਾਂ ਨੇ ਸਾਰੀ ਗੱਲ ਨੂੰ ਸਮਝਿਆ, ਇਹਨਾਂ ਨੂੰ ਜਿੱਤ ਬਖਸ਼ਿਸ਼ ਕੀਤੀ। ਕਿਉਂਕਿ 3 ਸਰਕਾਰਾਂ ਲੜਾਈ ਸੀਗੀ। ਸੈਂਟਰ ਦੀ ਮੋਦੀ ਹਕੂਮਤ, ਮਿਸਟਰ ਕੇਜਰੀਵਾਲ ਦੀ ਦਿੱਲੀ ਹਕੂਮਤ, ਸਾਹਿਬ ਭਗਵੰਤ ਸਿੰਘ ਮਾਨ ਦੀ ਪੰਜਾਬ ਹਕੂਮਤ, ਤੇ ਚੌਥੇ ਸਾਡੇ ਬਾਦਲ ਜਿਹੜੇ ਇਹਨਾਂ ਨੂੰ ਕੌਮ ਦਰਕਾਰ ਚੁੱਕੀ ਹੈ, ਉਹਨਾਂ ਨਾਲ ਵੀ ਲੜਾਈ ਸੀ। 4 ਤਾਕਤਾਂ ਨਾਲ ਲੜਾਈ ਹੋਈ ਹੈ। ਇਹ ਸੰਗਰੂਰ ਦੇ ਲੋਕਾਂ ਨੂੰ ਵਧਾਈ ਜਾਂਦੀ ਹੈ, ਮੁਬਾਰਕਾਂ ਹੈ। ਪੰਜਾਬ ਦੇ ਲੋਕਾਂ ਨੂੰ ਮੁਬਾਰਕਾਂ ਹੈ, ਕਿਉਂਕਿ ਸਾਰੀ ਇਹ ਲੜਾਈ ਸੰਗਰੂਰ ਦੀ ਨਹੀਂ ਸੀ, ਸਾਰੇ ਪੰਜਾਬ ਦੀ ਲੜਾਈ ਸੀ। ਸਾਰੀ ਪਾਰਟੀਆਂ ਨੇ ਪੰਜਾਬ ਆਪਣਾ ਸੰਗਰੂਰ ਵਿੱਚ ਸੱਦਿਆ ਹੋਇਆ ਸੀਗਾ। ਅਸੀਂ ਵੀ ਸਾਰਾ ਪੰਜਾਬ ਉੱਥੇ ਬੈਠਾ ਸੀ। ਸਰਕਾਰ ਵੀ ਸਾਰੇ 90
ਐਮਐਲਏ ਉੱਥੇ ਬੈਠੇ ਸਨ। ਇਹ ਲੜਾਈ ਜਿਹੜੀ ਹੈ ਇਹਨਾਂ ਨੇ ਬਹੁਤ ਸ਼ਿੱਦਤ ਨਾਲ ਲੋਕਾਂ ਨੇ ਬੜਾ ਸਾਥ ਦਿੱਤਾ ਹੈ। ਲੋਕਾਂ ਨੇ ਸੱਚ ਨੂੰ ਸਮਝ ਲਿਆ। ਗੱਲ ਇਹ ਸੱਚ ਦੀ ਜਿੱਤ ਹੋਈ ਹੈ, ਇਨਸਾਨੀਅਤ ਦੀ ਜਿੱਤ ਹੋਈ ਹੈ। ਅਸੀਂ ਇਹਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ, ਸੰਗਰੂਰ ਨਿਵਾਸੀਆਂ ਨੂੰ ਉਚੇਚੇ ਤੌਰ ਤੇ ਮੁਬਾਰਕਾਂ ਦੇਵਾਂਗੇ, ਜਿਨ੍ਹਾਂ ਨੇ ਸੱਚ ਨੂੰ ਸਮਝਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਤੇ ਉਹਨੂੰ ਫਤਿਹ ਬਖਸ਼ਿਸ਼ ਕੀਤੀ ਹੈ। ਉਹ ਮੁਬਾਰਕਬਾਦ ਦੇ ਹੱਕਦਾਰ ਹੈ। ਅਸੀਂ ਇਹ ਹੁਣ ਚੋਣ ਜਿੱਤ ਕੇ ਮਾਨ ਸਾਹਿਬ ਪਾਰਲੀਮੈਂਟ ਸਹੁੰ ਚੁੱਕਣ ਜਾ ਰਹੇ ਇੱਕ 2 ਦਿਨ ਤੱਕ, ਕਿਉਂਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ। 2 ਦਿਨ ਤੋਂ ਉਹ ਰੈਸਟ ਕਰ ਰਹੇ ਨੇ, ਉੱਥੇ ਸੰਗਰੂਰ ਬੈਠੇ ਨੇ ਆਪਣੇ ਘਰ ਵਿੱਚ ਹੀ, ਤੇ ਉਹ ਠੀਕ ਹੋ ਕੇ 1-2 ਦਿਨ ਤੱਕ ਇੱਥੇ ਆ ਰਹੇ ਨੇ, ਆਪਣੇ ਘਰ ਆ ਰਹੇ ਨੇ। ਉਸ ਤੋਂ ਬਾਅਦ ਇਹਨਾਂ ਨੇ ਸਹੁੰ ਚੁੱਕਣ ਜਾਣਾ ਦਿੱਲੀ। ਉਸ ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਨੇ, ਪੰਜਾਬੀਆਂ ਨਾਲ, ਸਿੱਖਾਂ ਨਾਲ, ਜੋ ਉਹਨਾਂ ਦੇ ਮਨ ਜਹਨ ਵਿੱਚ ਹੈ, ਉਹਦੇ ਪਰ ਸਿੱਧਤ ਹੋ ਕੇ, ਕੰਸੈਂਟਰੇਟ ਹੋ ਕੇ ਉਹ ਲੜਾਈ ਪਾਰਲੀਮੈਂਟ ਵਿੱਚ ਵੀ ਤੇ ਪਬਲਿਕ ਤੌਰ ਤੇ ਵੀ, ਸੰਗਰੂਰ ਵਿੱਚ ਵੀ, ਪੰਜਾਬ ਵਿੱਚ, ਸਾਰੇ ਇੰਡੀਆ ਵਿੱਚ ਵੀ ਉਸ ਤਰ੍ਹਾਂ ਜਾਰੀ ਰੱਖਣਗੇ ਜਿਵੇਂ ਪਹਿਲੇ ਪਾਰਲੀਮੈਂਟ ਮੈਂਬਰ ਸਮੇਂ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈਆਂ, ਉਹ ਪੂਰੀਆਂ ਨਿਭਾਉਣਗੇ ਜੀ। ਪਾਰਲੀਮੈਂਟ ਤੁਸੀਂ ਗੱਲ ਕੀਤੀ ਹੈ, ਪਹਿਲਾਂ ਦੱਸ ਦਿੰਦੇ ਆ ਕਿ 1999 ਦੇ ਵਿੱਚ ਪਹਿਲੀ ਵਾਰੀ ਐਮਪੀ ਬਣੇ ਸੀਗੇ। ਤਰਨਤਾਰਨ ਜਿਹੜਾ ਲੋਕ ਸਭਾ ਹਲਕਾ ਉੱਥੋਂ ਜਿੱਤ ਪ੍ਰਾਪਤ ਹੋਈ ਸੀਗੀ ਸਿਮਰਨਜੀਤ ਸਿੰਘ ਮਾਨ ਨੂੰ। ਉਸ ਤੋਂ ਬਾਅਦ 1999 ਦੇ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਦੂਜੀ ਵਾਰੀ ਐਮਪੀ ਬਣੇ ਸੀ ਤੇ ਹੁਣ ਉਸੇ ਹਲਕੇ ਤੋਂ ਹੀ ਹੈ ਜਿਹੜਾ ਲੋਕਾਂ ਨੇ ਫਿਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ। ਤੀਜੀ ਵਾਰੀ ਐਮਪੀ ਹੈ ਬਣ ਚੁੱਕੇ ਨੇ। ਟਿਵਾਣਾ ਸਾਹਿਬ, ਤੁਸੀਂ ਕਦੋਂ ਤੋਂ ਜਾਣਦੇ ਹੋ ਇਹਨਾਂ ਨੂੰ ਜੀ? ਕਦੋਂ ਪਹਿਲੀ ਵਾਰੀ ਰਾਬਤਾ ਕਦੋਂ ਹੋਇਆ ਤੇ ਕਿਵੇਂ ਹੋਇਆ? ਇਹਨਾਂ ਨਾਲ ਰਾਬਤਾ ਤਾਂ ਜੇਲ੍ਹ 'ਚ ਬੈਠੀ ਹੋਇਆ ਸੀਗਾ। ਜਦੋਂ ਇਹਨਾਂ ਨੂੰ 94 ਦੇ ਵਿੱਚ ਜੇਲ੍ਹ ਹੋ ਗਈ ਸੀ, ਸਾਹਿਬ ਜੋਗਿੰਦਰ ਸਿੰਘ ਮਾਨ ਇਹਨਾਂ ਦੇ ਬਜ਼ੁਰਗ, ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀਗਾ ਜੀ। ਤੇ ਜਦੋਂ ਇਹ ਜੇਲ੍ਹ ਹੋਈ ਆ, ਉਸ ਤੋਂ ਬਾਅਦ ਮੈਂ ਇੱਥੇ ਬਹੁਤ ਆਉਂਦਾ ਜਾਂਦਾ ਰਿਹਾ। ਇੱਥੇ ਕੋਈ ਵੀ, ਕਿਉਂਕਿ ਦਹਿਸ਼ਤ ਇੰਨੀ ਸੀਗੀ ਗੌਰਮੈਂਟ ਦੀ ਤੇ ਸਾਰੀਆਂ ਏਜੰਸੀਆਂ ਦੀ ਦਹਿਸ਼ਤ ਹੋਣ ਕਰਕੇ ਇੱਥੇ ਉਹਨਾਂ ਨੂੰ ਮਿਲਣ ਨਹੀਂ ਸੀ ਆਉਂਦਾ ਹੁੰਦਾ। ਜਿਵੇਂ ਹੁਣ ਆ ਪੱਤੇ ਖਿਲਰੇ ਪਏ ਨੇ, ਪੱਤੇ ਖਿਲਰਨ ਦਾ ਸਫਾਈ ਕਰਨ ਵਾਲਾ ਵੀ ਡਰਦਾ ਨਹੀਂ ਸੀ ਆਉਂਦਾ ਹੁੰਦਾ। ਉਦੋਂ ਮੈਂ ਉਹਨਾਂ ਨਾਲ ਰੈਗੂਲਰ ਮਿਲਦਾ ਵੀ ਰਿਹਾ, ਉਹਨਾਂ ਨਾਲ ਗੱਲਾਂ ਵੀ ਕਰਦਾ ਰਿਹਾ। ਉਸ ਟਾਈਮ ਮੇਰੀ ਪਰਿਵਾਰ ਨਾਲ ਸਾਂਝ ਬਣੀ, ਬਾਪੂ ਜੀ ਨਾਲ ਸਾਂਝ ਬਣੀ। ਉਸ ਟਾਈਮ ਤੇ ਮੇਰੇ ਨਾਲ ਰਾਬਤਾ ਹੈ, ਕਿਉਂਕਿ ਉਹਨਾਂ ਨੂੰ ਜੇਲ੍ਹ 'ਚ ਬੈਠੇ ਹੀ ਅਸੀਂ ਆਫਿਸ ਖੋਲ੍ਹਤਾ ਸੀ ਚੰਡੀਗੜ੍ਹ, ਤੇ ਉੱਥੇ ਹੀ ਅਸੀਂ ਪਾਰਟੀ ਬਣਾਈ ਸੀ। ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲੇ, ਸਰਦਾਰ ਸੁੱਚਾ ਸਿੰਘ ਛੋਟੇਪੁਰ, ਸਰਦਾਰ ਚਰਨਜੀਤ ਸਿੰਘ ਵਾਲੀਆ, ਮਾਨ ਸਾਹਿਬ ਦੇ ਭੈਣ ਜੀ ਦਲਜੀਤ ਕੌਰ, ਇਹਨਾਂ ਦੇ ਮਾਨ ਸਾਹਿਬ ਦੇ ਜੀਜਾ ਜੀ ਵੱਡੇ ਜਿਹੜੇ ਭੈਣ ਜੀ ਦੇ ਹਸਬੈਂਡ ਸੀ, ਉਹ ਅਸੀਂ 5-7 ਜਾਣੇ ਹੈਗੇ ਸੀਗੇ। ਅਸੀਂ ਇਹ ਪਾਰਟੀ ਸਾਰੀ ਵਿਚਾਰ ਕਰਕੇ 1999 ਵਿੱਚ ਅਕਤੂਬਰ ਵਿੱਚ ਇਹ ਪਾਰਟੀ ਅਸੀਂ ਇਹ ਪੋਲੀਟੀਕਲ ਜਿਹੜੀ ਰਜਿਸਟਰਡ ਕਰਵਾਈ ਸੀਗੀ। ਉਸ ਤੋਂ ਇਹਨਾਂ ਨੂੰ ਜੇਲ੍ਹ 'ਚ ਬੈਠੇ ਹੀ ਇਹਨਾਂ ਨੂੰ ਜਦੋਂ ਪਹਿਲੀ ਵਾਰੀ ਐਮਪੀ ਬਣੇ ਨੇ, ਉਹ ਉਸੇ ਸੰਨ ਦੇ ਵਿੱਚ ਹੀ ਪਾਰਟੀ ਜਿਹੜੀ ਬਣੀ ਸੀ ਸ਼੍ਰੋਮਣੀ ਅਕਾਲੀ ਦਲ 89 'ਚ ਬਣੀ ਹੈ। 2 ਮਹੀਨੇ ਪਹਿਲਾਂ ਬਣੀ ਸੀਗੀ। 89 ਦਸੰਬਰ ਦੇ ਵਿੱਚ ਇਲੈਕਸ਼ਨ ਆ ਗਈ ਸੀ ਪਾਰਲੀਮੈਂਟ ਦੀ। ਅਸੀਂ ਜੇਲ੍ਹ 'ਚ ਬੈਠੇ ਇਹਨਾਂ ਨੂੰ ਫਿਰ ਆਪਣੀ ਪਾਰਟੀ ਵੱਲੋਂ ਖੜਾਤਾ ਸੀਗਾ। ਉਹਦੇ 'ਚ 4.5 ਲੱਖ ਵੋਟ ਤੇ ਉੱਥੇ ਤਰਨਤਾਰਨ ਤੋਂ ਅਸੀਂ ਜਿੱਤੇ ਸੀਗੇ। ਦੂਜੇ ਨੰਬਰ ਤੇ ਅਸੀਂ ਇੰਡੀਆ ਵਿੱਚ ਰਹੇ ਸੀ। ਪਹਿਲੇ ਨੰਬਰ ਤੇ ਪਾਸਵਾਨ ਜੀ ਜਿੱਤੇ ਸੀ, ਉਹਨਾਂ ਨੂੰ ਪੌਣੇ 5 ਲੱਖ ਦਿੱਤੀਆਂ ਸੀ। ਸੈਕੰਡ ਨੰਬਰ ਸਾਡਾ ਸੀਗਾ। ਬਹੁਤ ਲੋਕਾਂ ਨੇ ਉਸ ਟਾਈਮ ਸਾਨੂੰ ਸਾਥ ਦਿੱਤਾ। ਉਹ ਜਿੱਤਣ ਤੋਂ ਬਾਅਦ ਫਿਰ ਇਹਨਾਂ ਨੂੰ ਭਾਗਲਪੁਰ ਤੋਂ ਸਿੱਧਾ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ। ਅੰਮ੍ਰਿਤਸਰ ਤਰਨਤਾਰਨ ਤੋਂ ਜਿੱਤੇ ਸੀਗੇ, ਉੱਥੇ ਲੈਂਡ ਕਰ, ਉੱਥੋਂ ਫਿਰ 20 ਕਿਲੋਮੀਟਰ ਦੇ ਏਰੀਏ 'ਚ ਲੰਬਾ ਇਹਨਾਂ ਦਾ ਕਾਫਲਾ ਜੋ ਸਤਿਕਾਰ ਵਾਸਤੇ ਖੜਾ ਸੀਗਾ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਐਮਪੀ ਦੇ ਤੌਰ ਤੇ ਇਹਨਾਂ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ। ਉਦੋਂ ਤੇ ਇਹ ਸੰਘਰਸ਼ ਕਰਦੇ ਆ, ਉਦੋਂ ਤਾਂ ਦਾਸ ਵੀ ਇਹਨਾਂ ਨਾਲ ਹੈ ਪਾਰਟੀ ਦੇ ਨਾਲ। ਜਦੋਂ ਆਫਿਸ ਸ਼ੁਰੂ ਕੀਤਾ, ਆਫਿਸ ਮੈਂ ਹੀ ਸਟਾਰਟ ਕੀਤਾ ਪਹਿਲੇ ਉੱਥੇ ਚੰਡੀਗੜ੍ਹ ਤੋਂ, ਉਦੋਂ ਦੇ ਮੈਂ ਇਹਨਾਂ ਨਾਲ ਹੈ। ਆਫਿਸ ਦੀ ਤੁਸੀਂ ਗੱਲ ਕੀਤੀ, ਆਪਾਂ ਫਿਰ ਇੱਥੋਂ ਦੇ ਬਾਰੇ ਗੱਲ ਕਰ ਲੈਂਦੇ ਆ ਵੀ ਇਹ ਜਿਹੜਾ ਆਫਿਸ ਹੈਗਾ, ਮੁੱਖ ਦਫ਼ਤਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਉਹ ਇੱਥੇ ਹੀ ਬਣਿਆ ਹੋਇਆ ਜਿੱਥੇ ਆਪਾਂ ਮੌਜੂਦ ਹਾਂ। ਇਹ ਆਫਿਸ ਸ਼ੁਰੂ ਤੋਂ ਹੀ ਇੱਥੇ ਹੀ ਬਣਾਇਆ ਗਿਆ। ਤੇ ਫਿਰ ਜੇ ਰਿਹਾਇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤੁਸੀਂ ਦਿਖਾ ਸਕਦੇ ਹੋ ਵੀ ਰਿਹਾਇਸ਼ ਕਿੱਥੇ ਹੈ। ਬੇਸਿਕਲੀ ਜਿਹੜੇ ਉਹਨਾਂ ਦਾ ਰਹਿਣ ਸਹਿਣ ਵਾਲਾ ਉਹ ਕਿਹੜਾ ਹਿੱਸਾ ਹੈਗਾ ਘਰ ਦਾ, ਤੇ ਕੌਣ ਕੌਣ ਹੈ ਜਿਹੜਾ ਸ਼ੁਰੂ ਤੋਂ ਇਸ ਘਰ ਦੇ ਵਿੱਚ ਰਹਿੰਦਾ ਰਿਹਾ? ਇਹ ਜੱਦੀ ਘਰ ਹੈ। ਇੱਥੇ ਸਰਦਾਰ ਜੋਗਿੰਦਰ ਸਿੰਘ ਮਾਨ, ਇਹਨਾਂ ਦੇ ਮਾਤਾ ਜੀ, ਇਹਨਾਂ ਦੇ ਵਾਈਫ, ਇਹਨਾਂ ਦੇ ਬੱਚੇ ਸਰਦਾਰ ਇਮਾਨ ਸਿੰਘ ਮਾਨ, ਇਹਨਾਂ ਦੀ ਬੇਟੀਆਂ 2 ਵਿਆਹੀ ਗਈਆਂ, ਉਹ ਵੀ ਇੱਥੇ ਰਹਿੰਦੀਆਂ ਰਹੀਆਂ। ਇਹ ਜੱਦੀ ਘਰ ਆ ਸਾਹਮਣੇ ਜਿਹੜਾ ਜਿੰਨਾ ਵੀ ਇਹ ਹੈਗਾ ਆਪਣਾ ਬਣਿਆ ਵਾ। ਆਹ ਲਾਨ ਆ, ਬਾਕੀ ਆ ਫਾਰਮ, ਇਹਨਾਂ ਦਾ ਸਾਰਾ ਫਾਰਮ ਪਿਛਲੇ ਪਾਸੇ ਇਹ ਬਣਾਇਆ ਵਾ। ਉਦੋਂ ਤੋਂ ਇੱਥੇ ਰਹਿੰਦੇ ਆ। ਜਿਹੜਾ ਸਾਡਾ ਆਫਿਸ ਸੀ ਪੋਲੀਟੀਕਲ ਪਾਰਟੀ ਦਾ, ਉਹ ਅਸੀਂ ਸਟਾਰਟ ਚੰਡੀਗੜ੍ਹ ਤੋਂ ਕੀਤਾ ਸੀਗਾ। ਉੱਥੇ ਹੀ ਬਣਾਇਆ ਸੀ। ਉੱਥੇ 12-13 ਸਾਲ ਅਸੀਂ ਉੱਥੇ ਕੰਮ ਕੀਤਾ। ਫਿਰ ਮਾਨ ਸਾਹਿਬ ਦੇ ਜਦੋਂ ਜੇਲ੍ਹ ਤੋਂ ਆਏ ਆ, ਬਾਹਰ ਆਏ ਆ, ਉਸ ਤੋਂ ਬਾਅਦ ਵੀ 5 ਸਾਲ ਚੰਡੀਗੜ੍ਹ ਰਿਹਾ। ਫਿਰ ਕੋਈ ਸਾਨੂੰ ਪਾਰਟੀ ਫੰਡ ਦੀ ਘਾਟ ਹੋਣ ਦੇ ਕਾਰਨ ਅਸੀਂ ਉੱਥੇ ਦਫ਼ਤਰ ਬੰਦ ਕਰਕੇ ਫਿਰ ਅਸੀਂ ਇੱਥੇ ਲਿਆਂਦਾ। ਇਹਨਾਂ ਨੇ ਆਪਣੀ ਸੈਪਰੇਟ ਨਾਲੇ ਪਾਰਟ ਕਰਕੇ ਉੱਥੇ ਦਫ਼ਤਰ ਬਣਾਇਆ। ਉੱਥੋਂ ਅਸੀਂ ਹੁਣ ਰੈਗੂਲਰ ਐਡਮਿਨਿਸਟ੍ਰੇਸ਼ਨ ਵੀ ਉੱਥੇ ਕਰ ਰਹੇ ਹਾਂ। ਸਾਰਾ ਹੈੱਡ ਆਫਿਸ ਸਾਡਾ ਇਹੀ ਹੈ। ਇੱਥੋਂ ਹੀ ਉਦੋਂ ਤੱਕ ਚੱਲ ਰਿਹਾ ਹੈ। ਇਹ 30 ਸਾਲਾਂ 32 ਸਾਲਾਂ ਤੋਂ ਅਸੀਂ ਪਹਿਲਾਂ ਉੱਥੇ ਰਹੇ, 15-16 ਸਾਲਾਂ ਤੋਂ ਹੁਣ ਇੱਥੇ ਚੱਲ ਰਿਹਾ। ਇਹ ਰੈਗੂਲਰ ਇੱਥੇ ਹੀ ਬੈਠੇ ਹਾਂ ਅਸੀਂ ਸਾਰੇ। ਸਾਡੇ ਦਫ਼ਤਰ 'ਚ ਸਾਰੇ ਲਖਵੀਰ ਸਿੰਘ ਨੇ, ਉਹ ਸਾਡੇ ਸੈਕਟਰੀ ਨੇ, ਤੇ 2-3 ਮੁਲਾਜ਼ਮ ਹੋਰ ਨੇ। ਤੇ ਸਾਡਾ ਨੈਟਵਰਕ ਜਿਹੜਾ ਸੋਸ਼ਲ ਮੀਡੀਆ ਵਾਲਾ, ਉਹ ਵੱਖਰਾ ਕੰਮ ਕਰਦਾ। ਉਹ ਸਾਰਾ ਇੱਥੋਂ ਹੀ ਚੱਲ ਰਿਹਾ ਜੀ। ਇੱਕ ਟਿਵਾਣਾ ਸਾਹਿਬ, ਮੈਂ ਇਹਨਾਂ ਬਾਰੇ ਗੱਲ ਸੁਣੀ ਸੀਗੀ ਵੀ ਇਹਨਾਂ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀ ਫੈਮਿਲੀ ਹੈ, ਉਹਨਾਂ ਫੈਮਿਲੀ ਦਾ ਬੈਕਗਰਾਊਂਡ ਬੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਿਹਾ ਹੈਗਾ।
ਤੇ ਇਹਨਾਂ ਨੇ ਕਿਹਾ ਸੀਗਾ ਕਿ ਉਹ ਵੀ ਮੇਰਾ ਜਨਮ ਹੈ ਜਿਹੜਾ ਜ਼ਰੂਰ ਮਖਮਲ ਦੀਆਂ ਰਜਾਈਆਂ ਦੇ ਵਿੱਚ ਹੋਇਆ ਹੈ, ਪਰ ਮੈਂ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਸਕੂਲਿੰਗ ਵੀ ਪਹਾੜਾਂ ਦੇ ਵਿੱਚ ਹੋਈ, ਚੰਗੀ ਪੜ੍ਹਾਈ ਕੀਤੀ, ਪਰ ਉਸ ਤੋਂ ਬਾਅਦ ਵੀ ਇਹਨਾਂ ਨੇ ਇਹ ਫੈਸਲਾ ਲਿਆ ਵੀ ਮੈਂ ਪਿੰਡ ਦੇ ਵਿੱਚ ਰਹੂੰਗਾ, ਆਪਣੇ ਪਿੰਡ ਵਾਲੇ ਘਰ 'ਚ ਹੀ ਰਹੂੰਗਾ ਮਰਦੇ ਦਮ ਤੱਕ, ਮੈਨੂੰ ਫੇਰ ਹੀ ਜਿਹੜੇ ਪਿੰਡ ਵਾਲਿਆਂ ਦੇ, ਆਮ ਲੋਕਾਂ ਦੇ ਜਿਹੜੇ ਦੁੱਖ ਹੈ ਉਹ ਪਤਾ ਲੱਗਣਗੇ। ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਉਹ ਕੀ ਲੱਗਦਾ ਕਿਉਂ ਸੀਗੀ? ਤੇ ਜਾਂ ਤੁਸੀਂ ਜਿਵੇਂ ਦੱਸਿਆ ਤੁਹਾਡਾ ਰਾਬਤਾ ਹੋਇਆ, ਫਿਰ ਤੁਸੀਂ ਇਹਨਾਂ ਨੂੰ ਨੇੜਿਓਂ ਜਾਣਦੇ ਗਏ, ਤੇ ਇਹਨਾਂ ਦੇ ਵਿੱਚ ਖਾਸ ਕਿਹੜੀ ਗੱਲ ਲੱਗੀ ਜਿਹੜੀ ਆਮ ਲੋਕਾਂ 'ਚ ਨਹੀਂ ਹੁੰਦੀ? ਕਿਉਂਕਿ ਇਹ ਬੇਸ਼ੱਕ ਚੰਗੇ ਰੁਤਬੇ ਵਿੱਚ ਵੀ ਰਹੇ, ਚੰਗੇ ਮਾਹੌਲ ਵਿੱਚ ਵੀ ਰਹੇ, ਚੰਗੀ ਅਮੀਰੀ ਵਿੱਚ ਵੀ ਰਹੇ, ਲੇਕਿਨ ਜਦੋਂ ਇਹ ਪੋਲੀਟੀਕਲ ਲਾਈਫ 'ਚ ਆਏ, ਜਦੋਂ ਅਰੈਸਟ ਹੋਣ ਤੋਂ ਬਾਅਦ ਇਹਨਾਂ ਨੂੰ ਸਾਰਾ ਸੰਗਤ ਨਾਲ ਇਹਨਾਂ ਦਾ ਰਾਬਤਾ ਹੋਇਆ, ਸਿੱਖ ਕੌਮ ਨਾਲ ਰਾਬਤਾ ਹੋਇਆ, ਉਹ ਇਹਨਾਂ ਦੀ ਸੰਸਕਾਰਕ ਦੇਣ ਸੀਗੀ। ਸਾਧ ਜੋਗਿੰਦਰ ਸਿੰਘ ਮਾਨ ਇਹਨਾਂ ਦੇ ਬਾਪੂ ਜੀ ਜੋ ਪੰਜਾਬ ਦੇ ਸਪੀਕਰ ਰਹੇ ਨੇ, ਜਦੋਂ ਵੰਡ ਹੋਈ ਹੈ ਤਾਂ ਉਹਨਾਂ ਨੂੰ ਇੱਥੇ ਆ ਹਲੀਮ ਦੀ ਕੋਠੀ ਹੈ ਸਾਡੇ 1.5 ਕਿਲੋਮੀਟਰ ਦੇ ਬੱਸੀ ਪਠਾਣਾ, ਬਹੁਤ 20 ਕਿੱਲੇ ਦੇ ਵਿੱਚ ਆ, ਬਹੁਤ ਤਗੜੀ ਕੋਠੀ ਹੈ, ਜਿਵੇਂ ਰਾਜੇ ਬਾਦਸ਼ਾਹ ਦੀ ਕੋਠੀ ਹੁੰਦੀ ਹੈ, ਉਹ ਉਹਨਾਂ ਨੂੰ ਹਵੇਲੀ ਮਿਲ ਰਹੀ ਸੀਗੀ। ਉਹ ਇਹਨਾਂ ਨੇ ਇਸ ਕਰਕੇ ਨਹੀਂ ਲਈ ਵੀ ਮੈਂ ਆਪਣੇ ਪਿੰਡ ਦੇ ਲੋਕਾਂ ਵਿੱਚ ਰਵਾਂਗਾ, ਆਪਣੀ ਸੰਗਤ ਵਿੱਚ ਰਵਾਂਗਾ, ਲੋਕਾਂ ਵਿੱਚ ਮੇਰਾ ਚੰਗਾ ਮਾਹੌਲ ਬਣੇਗਾ, ਉਹ ਉਹਨਾਂ ਨੇ ਨਾ ਕਰਕੇ ਇੱਥੇ ਅਲਾਟ ਕਰਾਈ ਪਿੰਡ ਦੇ ਵਿੱਚ। ਫਿਰ ਜਿੰਨੇ ਇਹਨਾਂ ਦੇ 60-70 ਪਰਿਵਾਰ ਜਿਹੜੇ ਨਾਲ ਆਏ ਸੀ ਪਾਕਿਸਤਾਨ ਤੋਂ, ਉਹਨਾਂ 'ਚ ਬਾਜੀਗਰ ਬਰਾਦਰੀ ਵੀ ਹੈ, ਜ਼ਿਮੀਂਦਾਰ ਬਰਾਦਰੀ ਵੀ ਦੂਜੇ ਵੀ ਹੈਗੇ ਨੇ, ਉਹ ਸਾਰੇ ਆ ਨਾਲ ਕੋਠੀ ਦੇ ਪਿਛਲੇ ਪਾਸੇ ਸਾਰੇ ਘਰ ਇਹਨਾਂ ਨੇ ਫ੍ਰੀ ਆਫ ਕਾਸਟ ਆਪਣੀ ਜ਼ਮੀਨ ਵਿੱਚ ਉਹਨਾਂ ਨੂੰ ਦਿੱਤੇ ਨੇ। ਉਹਨਾਂ ਨੂੰ ਮਲਕੀਅਤ, ਉਹਨਾਂ ਨੂੰ ਲਿਖ ਕੇ ਮਲਕੀਅਤ ਦਿੱਤੀ ਹੈ, ਤੁਸੀਂ ਅੱਜ ਤੋਂ ਇਹਦੇ ਮਾਲਕ ਹੋ। ਉਹ ਫ੍ਰੀ ਆਫ ਕਾਸਟ ਉਹ ਵਸਾਏ ਨੇ ਤਾਂ ਕਿ ਮੇਰੇ ਭਰਾ ਹੀ ਵਿਚਾਰਾ ਮੇਰੇ ਨਾਲ ਰਹੇ। ਉਹਨਾਂ ਇਹ ਕਿਉਂਕਿ ਇਹ ਸੰਸਕਾਰਕ ਗੱਲਾਂ ਹੈ, ਉਹਨਾਂ ਬਾਪੂ ਜੀ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਵਿੱਚ ਵੀ ਹੋਣਗੀਆਂ, ਤਦੇ ਹੋਣਾ ਚਾਹੀਆਂ। ਉਹ ਇਹਨਾਂ ਹੁਣ ਸਿਮਰਨਜੀਤ ਸਿੰਘ ਮਾਨ ਵਿੱਚ ਵੀ ਉਹੀ ਦਰਦ ਤੇ ਉਹੀ ਜੜ ਨਾਲ ਜੁੜੇ ਹੋਏ ਨੇ, ਆਪਣੇ ਲੋਕਾਂ 'ਚ ਰਹਿਣ ਨੂੰ ਪਸੰਦ ਕਰਦੇ ਨੇ, ਲੋਕਾਂ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਨਾਲ ਅੱਗੇ ਆਪਣੀ ਜ਼ਿੰਦਗੀ ਨੂੰ ਬਸਰ ਕਰਨਾ ਚਾਹੁੰਦੇ ਨੇ। ਇਹ ਉਹਨਾਂ ਦੀ ਖਾਸੀਅਤ ਇਹ ਹੈ ਕਿ ਲੋਕਾਂ ਦੇ ਐਡੇ ਵੱਡੀ ਅਮੀਰੀਅਤ 'ਚ ਰਹਿੰਦੇ ਹੋਏ ਵੀ ਉਹ ਲੋਕਾਂ ਦੇ ਦੁੱਖ ਨੂੰ ਸਮਝਦੇ ਨੇ ਤੇ ਉਸ 'ਤੇ ਕੰਮ ਵੀ ਕਰਦੇ, ਅਮਲ ਵੀ ਕਰਦੇ ਨੇ। ਇਹ ਇਹਨਾਂ 'ਚ ਖਾਸੀਅਤ ਇਹ ਕਰਕੇ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ। ਸੱਚ ਕਹਿਣ ਦੇ, ਸੱਚ ਨੂੰ ਜੁਰਤ ਨਾਲ ਕਹਿਣ, ਇਹਨਾਂ 'ਚ ਇੱਕ ਕੁਆਲਿਟੀ ਹੈ ਤੇ ਨੌਲੇਜ ਬਹੁਤ ਹੈ। ਸਟੱਡੀ ਇਹਨਾਂ ਦੀ 3 ਘੰਟੇ ਦੀ ਰੋਜ਼ ਦੀ ਹੈ। ਹੁਣ ਵੀ ਥੱਕੇ ਟੁੱਟੇ ਆਉਂਦੇ ਨੇ, ਆ ਕੇ 2 ਘੰਟੇ ਰਾਤ ਨੂੰ ਇਹਨਾਂ ਨੇ ਸਟੱਡੀ ਕਰਨੀ ਹੈ। ਜਦੋਂ ਅਸੀਂ ਚੰਡੀਗੜ੍ਹ ਜਾਂਦੇ ਹਾਂ 17 ਸੈਕਟਰ ਘੁੰਮਦੇ ਹਾਂ, ਜਾ ਕੇ ਉਹ ਘੁੰਮਣ ਨਹੀਂ ਜਾਂਦੇ, ਸਿਰਫ ਇਹਨਾਂ ਨੇ ਉੱਥੇ ਕਿਤਾਬਾਂ ਲੈਣੀਆਂ ਹੁੰਦੀਆਂ, ਅਸੀਂ ਨਾਲ ਮਾੜਾ ਮੋਟਾ ਘੁੰਮ ਫਿਰ ਲੈਂਦੇ ਹਾਂ, ਲੇਕਿਨ ਇਹਨਾਂ ਨੇ ਆਪਣੀ ਕਿਤਾਬਾਂ ਵੱਖ-ਵੱਖ ਕਿਤਾਬਾਂ ਖਰੀਦਣੀਆਂ ਹੁੰਦੀਆਂ, ਉਹ ਕਿਤਾਬਾਂ ਰੈਗੂਲਰ ਪੜ੍ਹਦੇ ਨੇ। ਇਸ ਕਰਕੇ ਇਹਨਾਂ ਨੂੰ ਥਰੂ ਆਊਟ ਵਰਲਡ ਦੀ ਸਾਰੀ ਪਾਰਲੀਮੈਂਟ ਦੀ, ਸਾਰੀਆਂ ਹਕੂਮਤਾਂ ਦੀ ਸਾਰੀ ਨੌਲੇਜ ਹੈ। ਜਦੋਂ ਵੀ ਇਹਨਾਂ ਗੱਲ ਕਰਦੇ ਹਾਂ ਦਲੀਲ ਨਾਲ ਗੱਲ ਕਰਦੇ ਹਾਂ, ਦਲੀਲ ਤੋਂ ਬਿਨਾਂ ਨਹੀਂ ਗੱਲ ਕਰਦੇ। ਇਹ ਇਹਨਾਂ ਦੀ ਜਿਹੜੀ ਖਾਸੀਅਤ ਹੈ, ਇਹੀ ਲੋਕ ਇਹਨਾਂ ਕਰਕੇ ਇਹਨਾਂ ਨੂੰ ਪਸੰਦ ਕਰਦੇ ਨੇ। ਸੱਚ ਗੱਲ ਕਹਿਣਾ, ਜੁਰਤ ਨਾਲ ਕਹਿਣਾ, ਦਲੀਲ ਨਾਲ ਗੱਲ ਕਰਨੀ, ਕਿਉਂਕਿ ਸਟੱਡੀ ਹੈ, ਉਹ ਸਟੱਡੀ ਦੀ ਸਾਰੀ ਗੱਲਾਂ ਵੇਰਵਾ ਦੇ ਕੇ ਕਰਦੇ ਨੇ। ਤੇ ਮਹਾਰਾਜ ਇਹਨਾਂ ਨੂੰ ਸ਼ਕਤੀ ਬਖਸ਼ਣ ਤਾਂ ਕਿ ਇਨਸਾਨੀਅਤ ਲਈ, ਸਿੱਖ ਕੌਮ ਲਈ, ਪੰਜਾਬ ਲਈ ਅੱਗੇ ਸਾਰੇ ਮਿਸ਼ਨ ਪੂਰੇ ਕਰ ਸਕਣ। ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਇਹਨਾਂ ਨੂੰ ਹੋਰ ਸ਼ਕਤੀ ਬਖਸ਼ਣ ਤਾਂ ਕਿ ਸਾਰੀ ਜਿਹੜਾ ਮਿਸ਼ਨ ਦੇ ਚੱਲੇ ਨੇ, ਬਹੁਤ ਵੱਡਾ ਮਿਸ਼ਨ ਹੈ, ਦ੍ਰਿੜ ਇਰਾਦੇ ਦੇ ਨੇ, ਤੇ ਜ਼ਰੂਰ ਇਹਨਾਂ ਨੂੰ ਕਾਮਯਾਬੀ ਮਹਾਰਾਜ ਬਖਸ਼ਣਗੇ। ਅਸੀਂ ਵੀ ਨਾਲ ਇਹਨਾਂ ਦਾ ਸਹਿਯੋਗ ਕਰ ਰਹੇ ਹਾਂ, ਜਿੰਨੇ ਚਿਰ ਸਾਡੇ ਸਵਾਸਾਂ ਅਸੀਂ ਵੀ ਇਹਨਾਂ ਨਾਲ ਇਹ ਸੇਵਾ ਕਰਦੇ ਰਹਾਂਗੇ। ਜੀ, ਤੁਸੀਂ ਦੱਸਿਆ ਵੀ ਲੋਕ ਜਿਹੜੇ ਨੇ ਬਹੁਤ ਪਸੰਦ ਕਰਦੇ ਨੇ ਇਹਨਾਂ ਗੱਲਾਂ ਕਰਕੇ, ਜਿਵੇਂ ਸੱਚ ਬੋਲਣ ਦੀ ਹਿੰਮਤ ਹੈ ਤੇ ਪਿਆਰ ਕਰਦੇ ਨੇ, ਪਰ ਟਵਾਣਾ ਸਾਹਿਬ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਵਾਲ ਵੀ ਕਰਦੇ ਨੇ। ਈਵਨ ਕਿ ਆਪਾਂ ਆਪਣੇ ਸਿੱਖਾਂ ਦੀ ਗੱਲ ਕਰੀ, ਬਹੁਤ ਸਾਰੇ ਸਿੱਖ ਵੀ ਕਿਤੇ ਨਾ ਕਿਤੇ ਆਬਜੈਕਸ਼ਨ ਕਰਦੇ ਨੇ, ਇਹਨਾਂ ਦੀ ਸੋਚ ਤੇ ਸਵਾਲ ਖੜਾ ਕਰਦੇ ਨੇ, ਜ਼ਿਆਦਾ ਗਰਮ ਸੋਚਦੇ ਨੇ ਜਾਂ ਜੋ ਵੀ ਬੋਲਦੇ ਨੇ, ਹੈ ਨਾ। ਉਹਦਾ ਕਾਰਨ ਤੁਸੀਂ ਕੀ ਮੰਨਦੇ ਹੈਗੇ ਹੋ ਵੀ ਉਹ ਇਹ ਚੀਜ਼ਾਂ ਕਿਉਂ ਨੇ? ਉਹਦਾ ਕਾਰਨ ਇਹ ਹੈ ਵੀ ਇਹਨਾਂ ਨੂੰ ਮਾਂ-ਬਾਪ ਵੱਲੋਂ ਤੇ ਗੁਰਸਿੱਖੀ ਵੱਲੋਂ ਸਿਖਲਾਈ ਇਸ ਤਰ੍ਹਾਂ ਦੀ ਹੈ ਕਿ ਵੀ ਸੱਚ ਤੇ ਪਹਿਰਾ ਦੇਣਾ ਹੈ। ਜਿਹੜਾ ਬੰਦਾ ਸੱਚਾ ਹੋਊਗਾ ਉਹ ਕਿਤੇ ਨਾ ਕਿਤੇ ਅੜਬੀ ਹੋਊਗਾ, ਥੋੜ੍ਹਾ ਜਿਹਾ ਉਹਦੇ 'ਚ ਗੱਲ ਅਣਖ ਵਾਲੀ ਗੱਲ ਵੀ ਹੋਊਗੀ। ਉਹ ਇਹਨਾਂ ਦਾ ਨੈਗੇਟਿਵ ਪੁਆਇੰਟ ਨਹੀਂ ਹੈ। ਜਿਹੜੇ ਕਈ ਲੋਕ ਉਹਨਾਂ ਨੂੰ ਨੈਗੇਟਿਵ ਪੁਆਇੰਟ ਨਾਲ ਦੇਖਦੇ ਨੇ, ਉਹ ਨੈਗੇਟਿਵ ਪੁਆਇੰਟ ਨਹੀਂ। ਜਦੋਂ ਕੌਮਾਂ ਦੀਆਂ, ਧਰਮਾਂ ਦੀਆਂ, ਵੱਡੇ ਮੁਲਕਾਂ ਦੀਆਂ ਲੜਾਈਆਂ ਹੁੰਦੀਆਂ, ਉਹਦੇ ਵਿੱਚ ਇੱਕ ਵੱਡਾ ਮਿਸ਼ਨ ਤੇ ਇੱਕ ਵੱਡੀ ਦ੍ਰਿੜਤਾ ਉਹ ਰੱਖਣੀ ਜ਼ਰੂਰੀ ਹੁੰਦੀ ਹੈ। ਉਹ ਇਹਨਾਂ 'ਚ ਹੈਗੀ ਹੈ ਤੇ ਉਹਨੂੰ ਕੁਝ ਲੋਕ ਥੋੜੀ ਨੈਗੇਟਿਵ ਗੱਲ ਸਮਝ ਲੈਂਦੇ ਨੇ। ਮੈਂ ਇਹ ਫੀਲ ਕਰਦਾ, ਮੈਂ ਤਾਂ ਇਹਨਾਂ ਨਾਲ ਬਹੁਤ ਲੰਮੇ ਸਮੇਂ ਤੋਂ ਹਾਂ। ਜਿਵੇਂ ਲੋਕ ਕਹਿ ਦਿੰਦੇ ਨੇ ਕਿ ਉਹ ਇਹ ਮਤਲਬ ਸਾਰਾ ਕੁਝ ਠੀਕ ਚੱਲ ਰਿਹਾ ਹੁੰਦਾ, ਪਰ ਇਹ ਵਾਰ-ਵਾਰ ਖਾਲਿਸਤਾਨ ਦਾ ਮੁੱਦਾ ਚੁੱਕ ਲੈਂਦੇ ਨੇ ਕਿ ਕੀ ਲੋੜ ਪਈ ਹੈ ਖਾਲਿਸਤਾਨ ਬਣਾਉਣ ਦੀ। ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਕੁਐਸਚਨ ਹੁੰਦੇ ਨੇ। ਜਿਹੜੀ ਖਾਲਿਸਤਾਨ ਦੀ ਗੱਲ ਹੈ, ਉਹ ਇੱਕ ਹਾਲਾਤ ਇੱਥੋਂ ਦੇ ਹੁਕਮਰਾਨਾਂ ਨੇ ਬਣਾ ਦਿੱਤੇ ਨੇ। ਜੇ ਸਾਨੂੰ ਇੱਥੇ ਇਨਸਾਫ ਮਿਲਦਾ ਹੁੰਦਾ 1947 ਤੋਂ ਬਾਅਦ, ਫਿਰ ਸਾਨੂੰ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਸੀ, ਖਾਲਿਸਤਾਨ ਵਾਸਤੇ ਸਾਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਸੀ। ਜਦੋਂ ਤੇ 1947 ਤੋਂ ਵੰਡ ਹੋਈ ਹੈ, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਤੇ ਜਿਨਾਹ ਤੇ ਚੌਥੇ ਆਪਣੇ ਪਟੇਲ ਜੀ, ਇਹ ਚਾਰੇ ਮੇਨ ਲੀਡਰ ਸੀਗੇ। ਇਹਨਾਂ ਨੇ ਸਾਡੇ ਸਿੱਖ ਕੌਮ ਨਾਲ ਵਾਅਦੇ ਕੀਤੇ ਸੀਗੇ, ਕਿਉਂਕਿ ਆਜ਼ਾਦੀ ਵਿੱਚ ਸਿੱਖ ਕੌਮ ਦਾ 89% 90% ਹਿੱਸਾ ਹੈ। ਚਾਹੇ ਕੁਰਬਾਨੀਆਂ ਦਾ ਲੈ ਲਓ, ਚਾਹੇ ਸ਼ਹੀਦਾਂ ਦਾ ਲੈ ਲਓ, ਚਾਹੇ ਕਾਲੇ ਪਾਣੀ ਦਾ ਲੈ ਲਓ, ਸਾਰੀ ਕੁਰਬਾਨੀ ਇਹਨਾਂ ਸਿੱਖ ਕੌਮ ਨੇ ਕੀਤੀ ਹੈ। ਤੇ ਜਿਹੜੀ ਆਜ਼ਾਦੀ ਦੀ ਲੜਾਈ ਅਸੀਂ ਜਦੋਂ ਮੋਰਚਾ ਜਿੱਤਿਆ ਚਾਬੀਆਂ ਦਾ, ਮਹਾਤਮਾ ਗਾਂਧੀ ਤੇ ਇਹਨਾਂ ਸਾਰੇ ਲੀਡਰਾਂ ਨੇ ਕਿਹਾ ਵੀ ਅਸੀਂ 1947 ਦੀ ਜਿਹੜੀ ਸੰਘਰਸ਼ ਕਰ ਸ਼ੁਰੂ ਕੀਤਾ ਆਜ਼ਾਦੀ ਦਾ, ਉਹ ਅਸੀਂ ਅੱਧੀ ਲੜਾਈ ਜਿੱਤ ਗਏ।
ਸਾਡੀ ਉਸ ਲੜਾਈ ਨੂੰ ਦੇਖ ਕੇ ਇਹਨਾਂ ਨੇ ਕਿਹਾ ਸੀ। ਫਿਰ ਉਹਨਾਂ ਨੇ ਮੰਨਿਆ ਵੀ ਹੈ। ਫਿਰ ਉਹਨਾਂ ਨੇ ਆਪਣੇ ਸੈਸ਼ਨ ਦੇ ਵਿੱਚ ਵਾਅਦੇ ਵੀ ਕੀਤੇ ਹੈ ਵੀ ਆਜ਼ਾਦ ਹੋਣ ਤੋਂ ਬਾਅਦ ਤੁਹਾਨੂੰ ਇੱਕ ਵੱਖਰਾ ਖਿੱਤਾ ਪੰਜਾਬ ਵਿੱਚ ਦਿੱਤਾ ਜਾਊਗਾ, ਉੱਤਰੀ ਭਾਰਤ ਦੇ ਵਿੱਚ, ਜਿੱਥੇ ਸਿੱਖ ਆਪਣਾ ਆਨੰਦ ਮਾਣਨਗੇ, ਉਹਨਾਂ ਦਾ ਆਪਣਾ ਹੋਊਗਾ, ਉਹਦੇ 'ਚ ਕੋਈ ਸਾਡਾ ਦਖਲ ਨਹੀਂ ਹੋਊਗਾ। ਲੇਕਿਨ ਉਹਨਾਂ ਵਾਅਦਿਆਂ ਤੋਂ ਸਾਰੇ ਹੁਕਮਰਾਨ ਨੇ ਮੁੱਕਰ ਗਏ ਨੇ, ਸਾਨੂੰ ਕੋਈ ਇੱਥੇ ਮਾਨਤਾ ਨਹੀਂ ਦਿੱਤਾ। 1947 ਤੋਂ ਬੇਇਨਸਾਫੀਆਂ, ਇੱਕ ਤਾਂ ਉਹ ਵਚਨ ਨਹੀਂ ਪੂਰੇ ਕੀਤੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ, ਇੱਕ ਉਦੋਂ ਤੋਂ ਹੀ ਜਬਰ ਜ਼ੁਲਮ ਸਾਰਾ ਹੁੰਦਾ ਆ ਰਿਹਾ। ਬੇਇਨਸਾਫੀਆਂ ਜ਼ਮੀਨ ਦੀ ਲੈ ਲਓ, ਪਾਣੀ ਦੀ ਲੈ ਲਓ, ਚੰਡੀਗੜ੍ਹ ਦੀ ਲੈ ਲਓ, ਪੰਜਾਬੀ ਬੋਲਦੇ ਇਲਾਕੇ ਲੈ ਲਓ, ਆਪਣੀ ਯੂਨੀਵਰਸਿਟੀ ਲੈ ਲਓ। ਹੁਣ ਯੂਨੀਵਰਸਿਟੀ ਦਾ ਹੋਇਆ, ਭਾਖੜਾ ਡੈਮ ਦਾ ਸਾਰਾ ਹਿੱਸਾ ਜੋ ਸਾਡਾ ਉਹ ਸਾਰਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਸਾਰੇ ਪਾਸੇ ਬੇਇਨਸਾਫੀਆਂ ਹੋ ਰਹੀਆਂ। ਹੁਣ ਪੰਜਾਬ ਯੂਨੀਵਰਸਿਟੀ ਦਾ ਹੋ ਗਿਆ, ਪੰਜਾਬੀ ਯੂਨੀਵਰਸਿਟੀ ਵੀ ਸਾਰੇ ਪੰਜਾਬੀ ਖਤਮ ਕਰਤੀ ਹੈ। ਜਿਹੜੀ ਇਹ ਬੇਇਨਸਾਫੀ ਜਿਹੜੀਆਂ ਹੋ ਰਹੀਆਂ, ਫੌਜ ਵਿੱਚ ਭਰਤੀ ਸਾਡੀ 33% ਭਰਤੀ ਹੁੰਦੀ ਸੀਗੀ, ਅਤੇ ਉਹਦੀ ਬਦੌਲਤ ਹੀ ਸਾਰੇ ਸਾਡੇ ਜਿਹੜੇ ਫੀਲਡ ਹੈ, ਚਾਹੇ ਪਾਕਿਸਤਾਨ ਦੀ ਲੜਾਈ ਹੈ, ਚਾਹੇ ਚੀਨ ਦੀ ਲੜਾਈ ਹੈ, ਚਾਹੇ ਬੰਗਲਾਦੇਸ਼ ਦੀ ਲੜਾਈ ਹੈ, ਉਹ ਸਾਰੀਆਂ ਫਤਿਹ ਸਾਡੀ ਸਿੱਖ ਕੌਮ ਕਰਕੇ ਹੋਈਆਂ। ਆਪਣੇ ਮੇਜਰ ਸਾਹਿਬ ਸਾਡੇ ਸੂਬੇ ਦਾ, ਸਾਡੇ ਜਨਰਲ ਸਾਹਿਬ ਹੈ ਜਗਜੀਤ ਸਿੰਘ ਅਰੋੜਾ ਹੈ, ਸਵੇਗ ਸਿੰਘ ਹੈ, ਇਹਨਾਂ ਦੇ ਕਰਕੇ ਸਾਰੀਆਂ ਹੋਈਆਂ। ਇਹ ਸਿੱਖ ਕੌਮ, ਬਾਕੀ ਬਾਹਰ ਦੀ ਲੜਾਈ ਵੀ ਲੈ ਲਓ, ਉਹਦੇ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਰਿਹਾ। ਜਾਣੀ ਇਹ ਜਦੋਂ ਸਾਡੇ ਨਾਲ ਬੇਇਨਸਾਫੀਆਂ ਸ਼ੁਰੂ ਕਰਤੀਆਂ, ਉਹਦੇ ਬਾਅਦ ਇਹ ਖਾਲਿਸਤਾਨ ਦੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੇਲੇ ਇਹ ਉੱਭਰ ਕੇ ਸਾਹਮਣੇ ਆਈ। ਉਸ ਨੂੰ ਲੋਕਾਂ ਨੇ ਸਿੱਖ ਸੰਗਤ ਨੇ, ਪੰਜਾਬੀਆਂ ਨੇ ਪ੍ਰਵਾਨ ਵੀ ਕੀਤਾ ਬਹੁਤ ਵੱਡੀ ਗਿਣਤੀ 'ਚ। ਪੂਰਾ ਖਾਲਿਸਤਾਨ ਬਣ ਚੁੱਕਿਆ ਸੀ, ਬੇਸ਼ੱਕ ਪੋਲੀਟੀਕਲੀ ਐਲਾਨ ਨਹੀਂ ਸੀ ਹੋਇਆ, ਲੋਕਾਂ ਦੇ ਮਨ ਵਿੱਚ ਖਾਲਿਸਤਾਨ ਬਣ ਚੁੱਕਿਆ ਸੀ। ਲੇਕਿਨ ਉਸ ਟਾਈਮ ਇਹਨਾਂ ਨੇ ਫਿਰ ਬਲੂ ਸਟਾਰ ਦਾ ਇਹ ਹਮਲਾ ਕਰਕੇ, ਇਹ ਪਲਾਨਿੰਗ ਕਰਕੇ, ਇਹਨਾਂ ਦੇ ਮਨ ਵਿੱਚ ਇਹ ਨਹੀਂ ਸੀ ਵੀ ਅਸੀਂ ਇਹਨੂੰ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਫੜਨਾ ਜਾਂ ਕਰਨਾ ਹੈ। ਇਹਨਾਂ ਦਾ ਮਨ 'ਚ ਵੀ ਇਹਨਾਂ ਦੇ ਗੁਰਦੁਆਰੇ ਢਾਹ ਦਿਓ, ਇਹਨਾਂ ਦੇ ਸਾਰੇ ਪੂਰ ਦਿਓ ਅਤੇ ਖਤਮੇ ਕਰ ਦਿਓ, ਇਹਨਾਂ ਦਾ ਧਰਮੇ ਖਤਮ ਕਰ ਦਿਓ। ਉਹ ਕਰਕੇ ਬਲੂ ਸਟਾਰ ਦਾ ਇੱਕ ਪਲਾਨਿੰਗ ਨਾਲ ਮੰਦ ਭਾਵਨਾ ਅਧੀਨ ਕੀਤਾ ਗਿਆ। ਲੇਕਿਨ ਜਿਹੜੀਆਂ ਕੌਮਾਂ ਦਾ ਫਲਸਫਾ ਹੁੰਦਾ ਹੈ, ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸੋਚ ਦਿੱਤੀ ਹੈ ਸਰਬਤ ਦੇ ਭਲੇ ਦੀ, ਮਨੁੱਖਤਾ ਦੀ, ਆਜ਼ਾਦੀ ਦੀ, ਅਣਖ ਗੈਰਤ ਦੀ, ਉਹ ਕਦੇ ਮਰਜ਼ੀ ਨਹੀਂ ਹੁੰਦੀ। ਚਾਹੇ ਬਿਲਡਿੰਗਾਂ ਢਾਹ ਦਿਓ, ਬਿਲਡਿੰਗਾਂ ਤਾਂ ਫੇਰ ਬਣ ਜਾਂਦੀਆਂ। ਅਕਾਲ ਤਖਤ ਢਾਇਆ, ਅਕਾਲ ਤਖਤ ਫੇਰ ਬਣ ਗਿਆ, ਉਹ ਖੜਾ ਉਹਦੇ ਦਾ ਉਦੋਂ ਉਸ ਤੋਂ ਵਧੀਆ ਬਣਿਆ ਵਾ, ਬੁੜੀ ਮਜ਼ਬੂਤੀ ਨਾਲ ਬਣਿਆ, ਕੌਮ ਵੀ ਉਹ ਤੋਂ ਮਜ਼ਬੂਤ ਹੋਈ ਹੈ। ਅਤੇ ਇਹ ਗੱਲਾਂ ਖਤਮ ਨਹੀਂ ਹੁੰਦੀਆਂ। ਲੇਕਿਨ ਇਹ ਜਿੰਨੇ ਵੀ ਹੁਕਮਰਾਨ ਹੁਣ ਤੱਕ ਆਏ, ਇੰਦਰਾ ਗਾਂਧੀ ਤੋਂ ਲੈ ਕੇ ਮਹਾਰਾਜਾ ਜਵਾਹਰ ਲਾਲ ਤੋਂ ਲੈ ਕੇ, ਇਹ ਸਾਨੂੰ ਬੈਡ ਇੰਟੈਂਸ਼ਨ ਨਾਲ ਮੰਦ ਭਾਵਨਾ ਅਧੀਨ ਸਾਡੇ ਪਰ ਹਮਲੇ ਕਰਦੇ ਆ ਰਹੇ ਨੇ। ਲੇਕਿਨ ਉਹਦੇ 'ਚ ਕਾਮਯਾਬ ਨਹੀਂ ਹੋਣਗੇ। ਅਸੀਂ ਵੀ ਚਲੇ ਜਾਵਾਂਗੇ, ਲੇਕਿਨ ਇਹ ਲੜਾਈ ਜਦ ਤੱਕ ਸਾਨੂੰ ਪੂਰੀ ਮਾਨਤਾਨ, ਪੂਰਾ ਸਤਿਕਾਰ, ਮਾਨ, ਸਾਡੀ ਆਜ਼ਾਦੀ ਪੂਰੀ ਨਹੀਂ ਦਿੱਤੀ ਜਾਂਦੀ, ਇਹ ਜਿਗਰ ਸੰਘਰਸ਼ ਜਾਰੀ ਰਹੂਗਾ। ਮਾਨ ਸਾਹਿਬ ਦੇ ਮਨ 'ਚ ਕੁੱਟ-ਕੁੱਟ ਕੇ ਭਰਿਆ ਵਾ, ਉਹਨਾਂ ਦੀ ਖਾਨਦਾਨ ਦੀ ਬਦੌਲਤ, ਉਹਨਾਂ ਦੇ ਸੰਸਕਾਰ ਦੀ ਬਦੌਲਤ, ਉਹਨਾਂ ਦੀ ਗੁਰਸਿੱਖੀ ਦੀ ਬਦੌਲਤ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ, ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਖਾਲਿਸਤਾਨ ਉਹ ਤਾਂ ਮੁਨਕਰ ਨਹੀਂ ਹੁੰਦੇ, ਖਾਲਿਸਤਾਨ ਕੋਈ ਮਾੜਾ ਨਹੀਂ। ਜਿਵੇਂ ਹੋਰ ਕੰਟਰੀ, ਹੁਣ ਰਸ਼ੀਆ, ਉਹਦੇ ਇੰਨੇ ਟੁੱਟੇ ਹੋਏ ਆ, ਉਹ ਆਪਣੇ ਮੁਲਕ 'ਚ ਸ਼ਾਂਤੀ ਨਾਲ ਰਹਿ ਰਹੇ ਆ, ਰਸ਼ੀਆ ਦੇ ਟੁੱਟੇ ਹੋਏ ਆ ਨਾ। ਜੇ ਉਹ ਸਾਨੂੰ ਖਾਲਿਸਤਾਨ ਬਣ ਵੀ ਜਾਊਗਾ, ਉਹਦੇ 'ਚ ਕੋਈ ਖੂਨ ਖਰਾਬੇ ਤੋਂ ਬਗੈਰ, ਜਿਵੇਂ ਕੋਸੋਵੋ ਵਿੱਚ ਹੋਇਆ ਹੈ, ਕੋਸੋਵੋ ਵੀ ਕੰਟਰੀ ਵੱਖਰਾ ਬਣਿਆ ਹੈ ਨਾ, ਉੱਥੇ ਬਿਨਾਂ ਖੂਨ ਖਰਾਬੇ ਤੋਂ ਉਹਨਾਂ ਨੇ ਆਜ਼ਾਦ ਕਰਤਾ, ਉਹ ਵਸ ਰਿਹਾ। ਅਤੇ ਸਾਨੂੰ ਵੀ ਸਾਡੀ ਆਜ਼ਾਦੀ ਅਸੀਂ ਮੰਗਦੇ, ਸਾਡੇ ਨਾਲ ਜਾਤੀਆਂ ਵੀ ਕਰ ਰਹੇ ਹਾਂ ਅਤੇ ਸਾਨੂੰ ਬੋਲਣ ਵੀ ਨਹੀਂ ਦੇ ਰਹੇ। ਇਹ ਤਾਂ ਸਾਡੀ ਵਿਧਾਨਕ ਆਜ਼ਾਦੀ 'ਤੇ ਇੱਕ ਬਹੁਤ ਵੱਡਾ ਹਮਲਾ ਹੈ। ਸਾਨੂੰ ਕਾਨੂੰਨ ਦੇ ਜਿਹੜੇ ਵਿਧਾਨ ਦੀ ਧਾਰਾ 19, 14, 21 ਰਾਹੀਂ ਹੱਕ ਮਿਲੇ ਮੁੱਢਲੇ, ਉਹਨਾਂ ਪਰ ਇਹ ਸਾਡੇ ਸਾਰੇ ਕੁਚਲੇ ਜਾ ਰਹੇ ਆ। ਇਸ ਕਰਕੇ ਸਿੱਖ ਕੌਮ ਦੇ ਮਨ 'ਚ ਬਗਾਵਤ ਵੀ ਹੈ, ਰੋਹ ਵੀ ਹੈ। ਤੁਸੀਂ ਜ਼ਿਕਰ ਕੀਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ, ਉਹਨਾਂ ਦੇ ਨਾਲ ਤਸਵੀਰਾਂ ਅਸੀਂ ਦੇਖ ਰਹੇ ਸੀਗੇ, ਉਹਨਾਂ ਨਾਲ ਬਹੁਤ ਪਿਆਰ ਰਿਹਾ ਹੈ, ਉਹਨਾਂ ਨਾਲ ਮਿਲਦੇ ਰਹੇ। ਉਸ ਤੋਂ ਬਾਅਦ ਲੱਗਦਾ ਵੀ ਉਹਨਾਂ ਦੀ ਮਾਨ ਸਾਹਿਬ ਦੀ ਲਾਈਫ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਇੱਕ ਵੱਡਾ ਰੋਲ ਸੀਗਾ ਵੀ ਜਿਹੜੀ ਲਾਈਫ ਚੇਂਜ ਹੋਈ ਉਹਨਾਂ ਦੀ। ਅਤੇ ਤੁਸੀਂ ਇਹ ਵੀ ਦੱਸੋ ਵੀ ਉਹਨਾਂ ਨੂੰ ਕਦੋਂ ਮਿਲਣਾ ਇਹਨਾਂ ਨੇ ਸ਼ੁਰੂ ਕੀਤਾ, ਕਿਵੇਂ ਦਾ ਪਿਆਰ ਸੀ ਉਹਨਾਂ ਦੇ ਨਾਲ, ਅਤੇ ਇਹਨਾਂ ਦੇ ਬਜ਼ੁਰਗਾਂ ਦਾ ਵੀ ਕਿਵੇਂ ਦਾ ਉਹਨਾਂ ਦੇ ਨਾਲ ਸੰਬੰਧ ਸੀਗਾ ਸੰਤ ਜੀ ਨਾਲ? ਸਾਧ ਜੋਗਿੰਦਰ ਸਿੰਘ ਮਾਨ, ਜੋ ਮਾਨ ਸਾਹਿਬ ਦੇ ਬਜ਼ੁਰਗ ਸੀਗੇ, ਉਹਨਾਂ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦਾ ਬਹੁਤ ਵੱਡਾ ਪਿਆਰ ਸੀਗਾ, ਬਹੁਤ ਡੂੰਘਾ ਪਿਆਰ ਸੀ। ਉਹ ਤਕਰੀਬਨ ਸਾਲ ਦੇ ਵਿੱਚ ਸਾਡੇ ਕੋਲ ਇੱਥੇ 15 ਦਿਨ 20 ਦਿਨ ਰਹਿ ਕੇ ਇੱਥੇ ਸੰਪਤ ਪਾਠ ਕਰਦੇ ਹੁੰਦੇ, ਸਾਰੀ ਆਪਣੀ ਜਿੰਨੇ ਉਹਨਾਂ ਦੇ ਸਾਰੇ ਚੇਲੇ ਇੱਥੇ ਆ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਸੰਪਤ ਪਾਠ 15-20 ਦਿਨ ਇੱਥੇ ਕਰਕੇ ਜਾਂਦੇ ਹੁੰਦੇ ਸੀ। ਇਸੇ ਥਾਂ 'ਤੇ ਦੇ ਵਿੱਚ ਇਹ ਮਾਨ ਸਾਹਿਬ ਦੇ ਜੱਦੀ ਘਰ ਦੇ ਵਿੱਚ ਹਰ ਸਾਲ ਆਉਂਦੇ ਸੀਗੇ, ਉਹਨਾਂ ਨਾਲ ਬਹੁਤ ਪਿਆਰ ਸੀ। ਉਸ ਤੋਂ ਬਾਅਦ ਜਦੋਂ ਇਹ ਆਏ ਹੈ ਅਤੇ ਮਾਨ ਸਾਹਿਬ ਉੱਥੋਂ ਰਿਹਾ ਹੋ ਕੇ ਆਏ ਆ, ਉਸ ਤੋਂ ਬਾਅਦ ਫਿਰ ਇਹਨਾਂ ਦਾ ਨੈਚੁਰਲੀ ਜਦੋਂ ਗੱਲਾਂ ਮਤਲਬ ਬਚਪਨ ਵਿੱਚ ਸੰਤਾਂ ਦੀ ਵੀ ਹੁੰਦੀਆਂ ਰਹੀਆਂ, ਮਿਲਦੇ ਵੀ ਰਹੇ ਆ, ਅਤੇ ਉਹਨਾਂ ਨਾਲ ਖਿੱਚ ਹੋਣਾ ਨੈਚੁਰਲੀ ਅੰਦਰਲੀ। ਇੱਕ ਤਾਂ ਉਹ ਸਾਡੀ ਸਿੱਖੀ ਕਰਕੇ, ਇੱਕ ਉਹਨਾਂ ਦਾ ਜਿਹੜਾ ਇੰਡੀਪੈਂਡੈਂਟ ਦਾ ਨਿਸ਼ਾਨਾ, ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਲਗਾਵ ਤੋਂ, ਉਹਨਾਂ ਦਾ ਨਿਸ਼ਾਨਾ ਖਾਲਿਸਤਾਨ ਦਾ, ਉਹ ਕੌਮ ਵਾਸਤੇ, ਸਮਾਜ ਵਾਸਤੇ ਹੀ ਸੀ ਨਾ। ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਜਿਹੜੀ ਛਵੀ ਹੈ, ਉਹਨੂੰ ਇੱਥੋਂ ਦੀ ਪ੍ਰੈਸ ਨੇ ਖਰਾਬ ਕੀਤਾ। ਉਹ ਇੱਕ ਚੰਗੇ ਇਨਸਾਨ, ਚੰਗੇ ਅਗਵਾਈ ਕਰਨ ਵਾਲੇ ਇੱਕ ਇਨਸਾਨ ਸਨ। ਉਹਨਾਂ ਵਿੱਚ ਕੋਈ 1% ਵੀ ਕੋਈ ਨੈਗੇਟਿਵ ਨਹੀਂ ਕਰ ਸਕਦਾ। ਸਵਾਮੀ ਜੀ ਬਾਰੇ ਸੁਣ ਲਓ, ਹੋਰ ਪਾਵਟੇ ਜਿਹੜੇ ਉਹ ਇੱਥੋਂ ਦਿੱਲੀ ਤੋਂ ਆਉਂਦੇ ਰਹੇ, ਉਹਨਾਂ ਦੀਆਂ ਤੁਸੀਂ ਸਪੀਚਾਂ ਤਕਰੀਰਾਂ ਸੁਣ ਲਓ, ਉਹਨਾਂ 'ਚ ਕੋਈ ਨੁਕਸ ਨਹੀਂ। ਈਵਨ ਰਾਜੀਵ ਗਾਂਧੀ ਨੇ ਵੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ। ਜੇ ਉਹਨਾਂ 'ਚ ਕੋਈ ਚੰਗੀਆਂ ਗੱਲਾਂ ਸੀ ਤਾਂ ਹੀ ਰੀਡਾਂ ਨੇ ਕੀਤੀ ਹੈ। ਲੇਕਿਨ ਇਹ ਇਮੇਜ ਸਾਰੀ ਮੀਡੀਆ ਨੇ, ਪ੍ਰੈਸ ਨੇ, ਜਿਵੇਂ ਗੌਰਮੈਂਟ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ, ਉਹ ਸਾਡਾ ਖਰਾਬ ਕੀਤਾ ਸੀ। ਨਾ ਸੰਤ ਜਰਨੈਲ ਸਿੰਘ ਇਹੋ ਜਿਹੇ ਸੀਗੇ, ਨਾ ਸਿੱਖ ਕੌਮ ਇਹੋ ਜਿਹੀ, ਨਾ ਮਾਨ ਸਾਹਿਬ ਇਹੋ ਜਿਹੇ ਜਿਹੋ ਜਿਹਾ ਇਮੇਜ ਬਣਾਇਆ। ਇਹ ਲੜਾਈ ਉਹ ਇਸ ਤਰ੍ਹਾਂ ਦੀ, ਅਸੀਂ ਆਪਣੀ ਇਮੇਜ ਨੂੰ, ਛਵੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਰਬਤ ਦੇ ਭਲੇ ਵਾਲੀ, ਮਨੁੱਖਤਾ ਦੀ ਭਲਾਈ ਵਾਲੀ, ਸਭ ਬਰਾਬਰ,
ਬਰਾਬਰ ਦੀ ਸੋਚ ਤੇ ਲੈ ਕੇ ਚੱਲਣ ਵਾਲੇ ਆ, ਉਹੀ ਲੈ ਕੇ ਚੱਲ ਰਹੇ ਆ। ਲੇਕਿਨ ਇਹ ਪ੍ਰੈਸ ਸਾਡੀ ਗੱਲ ਨੂੰ ਮੋਲਡ ਕਰਕੇ ਸਾਰੇ ਵਰਲਡ ਵਿੱਚ ਸਾਡੀ ਛਵੀ ਨੂੰ ਖਰਾਬ ਕਰਨਾ ਚਾਹੁੰਦੀ ਹੈ, ਪਰ ਇਹ ਕਾਮਯਾਬ ਨਹੀਂ ਹੋਣਗੇ, ਕਿਉਂਕਿ ਜਿਹੜੀ ਗੁਰੂ ਸਾਹਿਬ ਦੀ ਸਾਨੂੰ ਬਖਸ਼ਿਸ਼ ਹੈ, ਸਾਨੂੰ ਪਿਆਰ ਮੁਹੱਬਤ ਮਿਲਿਆ ਜਾਂ ਉਹਨਾਂ ਦੀ ਅਗਵਾਈ ਮਿਲੀ ਹੈ, ਉਹਨਾਂ ਦੀ ਸਾਡੇ ਪਰ ਪੂਰੀ ਕਿਰਪਾ ਹੈ, ਉਹ ਸਾਨੂੰ ਇਹ ਆਪਣੇ ਰਾਹ ਤੋਂ ਰੋਕ ਨਹੀਂ ਸਕਣਗੇ। ਅਸੀਂ ਆਪਣੀ ਮੰਜ਼ਿਲ ਤੇ ਪਹੁੰਚਾਂਗੇ, ਅਸੀਂ ਉਹਨਾਂ ਦਾ ਮੈਸੇਜ ਵੀ ਸਾਰੇ ਵਰਲਡ ਵਿੱਚ ਲਿਜਾਵਾਂਗੇ। ਤੁਸੀਂ ਗੱਲ ਕਰ ਰਹੇ ਸੀ ਇੱਕ ਨਿਹੰਗ ਸਿੰਘ ਕਹਿੰਦੇ ਹੁੰਦੇ ਸੀਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਇਹਨਾਂ ਨੂੰ ਉਹਦੇ ਬਾਰੇ ਵੀ ਦੱਸੋ, ਉਹ ਕਿਵੇਂ ਸੀ? ਜਦੋਂ ਪੂਰਾ ਸਾਰਾ ਹਾਲਾਤ ਬਲੂ ਸਟਾਰ ਦੇ ਪਹਿਲਾਂ ਬਹੁਤ ਦਹਿਸ਼ਤ ਵਾਲੇ ਬਣ ਗਏ, ਸਾਰੇ ਫੌਜਾਂ ਲੱਗ ਗਈਆਂ ਦਰਬਾਰ ਸਾਹਿਬ ਦੇ ਆਲੇ ਦੁਆਲੇ, ਸਾਰੀ ਸੰਗਤ ਨੂੰ, ਸਿੱਖ ਕੌਮ ਨੂੰ, ਪੰਜਾਬੀਆਂ ਨੂੰ ਹੋ ਗਿਆ ਵੀ ਹੁਣ ਇਹ ਹਮਲਾ ਕਰਨਗੇ। ਕਿ ਪਲਾਨਿੰਗ ਇੰਦਰਾ ਗਾਂਧੀ ਕਰ ਚੁੱਕੀ ਸੀ, ਕਿਉਂਕਿ ਉਹਨਾਂ ਨੇ ਇੱਥੇ ਆਪਣੇ ਯੂਪੀ ਦੇ ਵੀ ਰਿਸ਼ੀਕੇਸ਼ ਦੇ ਕੋਲੋਂ ਬਣਾ ਕੇ ਸਾਰਾ ਹਰਮੰਦਰ ਸਾਹਿਬ ਦਾ ਮਾਡਲ, ਉਹਦੇ ਪਰ ਉਹ ਮਹੀਨਾ 1 ਮਹੀਨਾ ਟ੍ਰੇਨਿੰਗ ਕਰਦੇ ਰਹੇ ਆਪਣੇ ਫੌਜੀਆਂ ਤੋਂ ਵੀ ਇਸ ਤਰ੍ਹਾਂ ਹਮਲਾ ਕਰਨਾ। ਇਸ ਤਰ੍ਹਾਂ ਉਹ ਇੱਕ ਵੈਲ ਪਲਾਨਡ ਸੀ। ਉਹ ਇਹ ਨਹੀਂ ਵੀ ਅਚਨਚੇਤ ਇਹਨਾਂ ਨੇ ਭਿੰਡਰਾਂਵਾਲਿਆਂ ਨੂੰ ਕਾਬੂ ਕਰਨ ਵਾਸਤੇ ਕੀਤਾ ਹੈ, ਉਹ ਇੱਕ ਵੈਲ ਪਲਾਨਡ ਸੀ। ਸਾਡੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਨਾ ਤੇ ਸਿੱਖ ਕੌਮ ਦੀ ਜਿਹੜੀ ਧਰਮ ਨੂੰ ਖਤਮ ਕਰਨ ਵਾਸਤੇ ਸਾਰਾ ਕੀਤਾ ਗਿਆ ਸੀ। ਉਹ ਉਸ ਟਾਈਮ ਦੀ ਉਹ ਚੱਲ ਰਹੀ ਸੀ ਗੱਲ। ਤੇ ਜਿਹੜੀ ਇਹਨਾਂ ਨੇ, ਤੁਸੀਂ ਆਪ ਜੀ ਨੇ ਗੱਲ ਕੀਤੀ ਹੈ ਵੀ ਇਹਨਾਂ ਨਾਲ ਰਾਬਤਾ ਕਿਵੇਂ ਹੋਇਆ, ਇਹਨਾਂ ਨੂੰ ਕੀ ਕਹਿੰਦੇ ਸੀਗੇ, ਉਹ ਜਦੋਂ ਇਹ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਤਾਂ ਸਾਰੇ ਸਿੰਘਾਂ ਨੇ ਉੱਥੇ ਦਰਬਾਰ ਸਾਹਿਬ 'ਚ ਇਕੱਠੇ ਹੋਏ ਸੀ ਤੇ ਉਹ ਕਹਿੰਦੇ ਸੰਤ ਜੀ ਹੁਣ ਸਾਨੂੰ ਤਾਂ ਤੁਸੀਂ ਹੁਕਮ ਕਰਤਾ, ਛੋਟੇ ਬੱਚਿਆਂ ਨੂੰ ਉਹਨਾਂ ਨੇ ਹੁਕਮ ਕਰਤਾ ਵੀ ਤੁਸੀਂ ਨਿਕਲ ਜਾਓ। ਜਦੋਂ ਅਜੇ ਮਾਹੌਲ ਠੀਕ ਸੀ ਵੀ ਤੁਹਾਨੂੰ ਨਹੀਂ, ਅਸੀਂ ਜਿਹਨੇ ਨਿਕਲ ਜਾਓ, ਅਸੀਂ ਹੁਣ ਲੜਾਈ ਐਂਡ ਆ ਸਾਡਾ, ਅਸੀਂ ਇਹ ਵੱਡੀ ਸ਼ਹਾਦਤਾਂ ਪਾਉਣੀਆਂ, ਵੱਡੀ ਲੜਾਈ ਲੜਨੀ ਹੈ ਮੁਲਕ ਨਾਲ, ਤੇ ਤੁਸੀਂ ਜਿਹੜਾ ਨਿਕਲ ਜਾਓ। ਉਹ 'ਚੋਂ ਥੋੜ੍ਹੇ ਬਹੁਤੇ ਬੱਚੇ ਛੋਟੇ ਕੱਢਤੇ, ਉਹਨਾਂ ਨੇ ਆਪ ਹੀ ਕੱਢਤੇ, ਜਿਹੜੀ ਸਾਰੇ ਉਹ ਸਮਰਪਿਤ ਸੀਗੇ, ਉਹਨਾਂ ਨੇ ਕਿਸੇ ਨੇ ਨਹੀਂ ਜਾਣਾ ਨਹੀਂ ਸੀਗਾ, ਸਾਰੇ ਉੱਥੇ ਅੰਦਰੇ ਰਹੇ ਆ। ਫਿਰ ਉਹਨਾਂ ਨੇ ਕੁਐਸਚਨ ਕੀਤਾ ਵੀ ਹੁਣ ਇਹ ਆਪਾਂ ਲਾਸਟ ਲੜਾਈ ਲੜ ਰਹੇ ਹਾਂ ਤੇ ਹਮਲਾ ਹੋਣ ਵਾਲਾ, ਇਹ 'ਚ ਕੁਝ ਵੀ ਹੋ ਸਕਦਾ, ਸ਼ਹੀਦੀਆਂ ਵੀ ਹੋਣੀਆਂ, ਤੇ ਆਪ ਜੀ ਤੋਂ ਬਾਅਦ ਅਗਵਾਈ ਕੌਣ ਕਰੂਗਾ? ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨਾਲ ਬਹੁਤ ਪ੍ਰੇਮ ਸੀ, ਜਾਂਦੇ ਆਉਂਦੇ ਰਹਿੰਦੇ ਸੀ ਉੱਥੇ, ਦਰਬਾਰ ਸਾਹਿਬ ਵੀ ਜਾਂਦੇ ਸੀ, ਮਹਿਤੇ ਚੌਂਕ ਵੀ ਜਾਂਦੇ ਸੀ, ਸੰਤ ਭਿੰਡਰਾਂਵਾਲੇ ਜੀ ਬੰਬੇ ਵੀ ਜਾਂਦੇ ਰਹੇ ਆ, ਕਿਉਂਕਿ ਜਦੋਂ CISF 'ਚ ਉੱਥੇ ਹੈਗੇ ਸੀਗੇ DIG, ਉੱਥੇ ਵੀ ਜਾਂਦੇ ਰਹੇ, ਕਿਉਂ ਬੰਬੇ ਦੀ ਸੰਗਤ ਨਾਲ ਬਹੁਤ ਪਿਆਰ ਸੀ। ਉਹ ਸਾਰਾ ਰਾਬਤਾ ਉਹਨਾਂ ਦਾ ਨਿਰੰਤਰ ਚੱਲਦਾ ਸੀ, ਬਤੌਰ DIG ਹੁੰਦੇ, ਪੁਲਿਸ ਅਫਸਰ ਹੁੰਦੇ ਹੋਏ ਵੀ, ਕਿਉਂਕਿ ਉਹ ਨੈਚੁਰਲੀ ਅੰਦਰਲੀ ਜਿਹੜੀ ਸਿੱਖੀ ਸੀ ਉਹਨਾਂ ਨਾਲ ਰਾਬਤਾ ਰੱਖਦੀ ਸੀਗੀ। ਉਹ ਫਿਰ ਉਹਨਾਂ ਨੂੰ ਕੁਐਸਚਨ ਕੀਤਾ ਸੰਤ ਜੀ ਨੂੰ ਵੀ ਆਪ ਤੁਹਾਡੇ ਤੋਂ ਬਾਅਦ ਕੌਣ ਅਗਵਾਈ ਕਰੂਗਾ? ਫਿਰ ਉਹ ਇਹਨਾਂ ਨੂੰ ਨਿਹੰਗ ਸਿੰਘ ਕਹਿੰਦੇ ਹੁੰਦੇ ਸੀ, ਉਹਨਾਂ ਨੇ ਇਹਦਾ ਨਾਮ ਨਿਹੰਗ ਸਿੰਘ ਰੱਖਿਆ ਸੀ। ਉਹਨਾਂ ਨੇ ਸਾਰਿਆਂ ਨੂੰ ਬੈਠਿਆਂ ਨੂੰ ਕਿਹਾ ਵੀ ਕੋਈ ਘਬਰਾਓ ਨਾ ਕਿਸੇ ਗੱਲ ਨੂੰ, ਮੇਰੇ ਤੋਂ ਬਾਅਦ ਨਿਹੰਗ ਸਿੰਘ ਆਪਣੀ ਕੌਮ ਦੀ ਅਗਵਾਈ ਕਰਨਗੇ। ਇਹਨਾਂ ਨਿਹੰਗ ਸਿੰਘ ਦੇ ਨਾਂ 'ਤੇ ਇਹਨਾਂ ਨੂੰ ਉਹਨਾਂ ਨੇ ਰਾਬਤਾ ਦਿੱਤਾ। ਉਦੋਂ ਤੋਂ ਫਿਰ ਉਹਨਾਂ ਤੋਂ ਬਾਅਦ ਇਹੀ ਅਗਵਾਈ ਕਰਦੇ ਆ ਰਹੇ ਆ, ਹੋਰ ਤੋਂ ਕੋਈ ਪਰਸਨੈਲਿਟੀ ਆਈ ਨਹੀਂ। ਉਹਨਾਂ ਦੀ ਬਖਸ਼ਿਸ਼ ਵੀ ਸੀ, ਪਰਿਵਾਰ ਦੀ ਬਖਸ਼ਿਸ਼ ਵੀ ਸੀ, ਮਹਾਰਾਜ ਦੀ ਬਖਸ਼ਿਸ਼ ਵੀ ਹੈ, ਉਹ ਕਰ ਰਹੇ ਨੇ, ਉਹਨੂੰ ਪੂਰਨ ਕਰਨਗੇ ਜਿੰਨੇ ਚੱਕ ਉਹਨਾਂ ਦੇ ਸਵਾਸ ਹੈਗੇ ਉਹ ਕਰਨਗੇ। ਜਿਹਨਾਂ ਦੇ ਹੁੰਦੇ ਹੋਏ ਫਾਈਨਲ ਹੋ ਗਿਆ ਤਾਂ ਵੀ ਠੀਕ ਹੈ, ਨਹੀਂ ਅੱਗੇ ਉਹ ਕੋਈ ਨਾ ਕੋਈ ਅਗਵਾਈ ਦੇਣ ਵਾਸਤੇ ਅਗਲੀ ਥਾਪੀ ਕਿਸੇ ਨੂੰ ਦੇ ਕੇ ਜਾਣਗੇ। ਜਦੋਂ ਵੀ ਇੱਥੋਂ ਦੁਨੀਆ ਤੋਂ ਗਏ, ਅਸੀਂ ਤਾਂ ਉਹਨਾਂ ਦੀ ਉਮਰ ਦੀ ਚੜ੍ਹਦੀ ਕਲਾ ਕਰਦੇ ਹਾਂ ਵੀ ਉਹ ਬਣਾ ਕੇ ਜਾਣ, ਪਰ ਜਦੋਂ ਵੀ ਇਹ ਤਾਂ ਹੁਕਮ ਆਣਾ ਜਾਣਾ ਸਭ ਦਾ, ਜੇ ਉਹ ਉਹਨਾਂ ਦੀ ਪਲਾਨਿੰਗ ਹੈ, ਅੱਗੇ ਉਹਨਾਂ ਨੂੰ ਕਿਹਨੂੰ ਅਗਵਾਈ ਦੇਣੀ ਹੈ। ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਸਾਡੂ ਲੱਗਦੇ ਨੇ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ ਕਦੋਂ ਹੈ ਜਿਹੜੀ ਹੈ ਜਾਣ ਪਛਾਣ ਹੋਈ ਤੇ ਆਪਸ ਦੇ ਵਿੱਚ ਸੰਬੰਧ ਪਹਿਲਾਂ ਠੀਕ ਸੀਗੇ, ਜਿਵੇਂ ਉਸ ਤੋਂ ਬਾਅਦ ਤਾਂ ਚਲੋ ਪੋਲੀਟੀਕਲ ਪਾਰਟੀਆਂ ਦੇ ਹਿਸਾਬ ਨਾਲ ਕਹਿ ਲਈਏ ਜਾਂ ਕਿਵੇਂ ਵੀ ਵਿਚਾਰਧਾਰਾ 'ਚ ਫਰਕ ਸੀਗਾ, ਮੰਨਦੇ ਨੇ ਦੋਵੇਂ, ਪਰ ਪਹਿਲਾਂ ਕਿਵੇਂ ਦੇ ਸੀਗੇ, ਕਿਵੇਂ ਮਿਲਣਾ ਸ਼ੁਰੂ ਕੀਤਾ ਤੇ ਪਹਿਲਾਂ ਸੰਬੰਧ ਕਿਵੇਂ ਦੇ ਸੀਗੇ, ਉਸ ਤੋਂ ਬਾਅਦ ਫਿਰ ਜਿਹੜਾ ਇਹ ਡਿਫਰੈਂਸਿਸ ਕਿਵੇਂ ਆਏ? ਸੰਬੰਧ ਪਹਿਲਾਂ ਵੀ ਠੀਕ ਸੀ, ਹੁਣ ਵੀ ਠੀਕ ਨੇ। ਉਹਨਾਂ ਦੀ ਆਈਡੀਓਲੋਜੀ ਵੱਖਰੀ ਹੈ, ਮਹਾਰਾਜ ਸਾਹਿਬ ਦੀ, ਮਾਨ ਸਾਹਿਬ ਦੀ ਆਈਡੀਓਲੋਜੀ ਵੱਖਰੀ ਹੈ। ਲੜਾਈ ਆਈਡੀਓਲੋਜੀ ਦੀ ਹੈ, ਪਰਿਵਾਰਕ ਲੜਾਈ ਕੋਈ ਨਹੀਂ। ਸਾਰੇ ਮਹਾਰਾਜ ਸਾਹਿਬ ਦੇ ਵਾਈਫ ਨੇ, ਭੈਣ ਜੀ ਸਾਡੇ ਹਾਂਜੀ ਪ੍ਰਨੀਤ ਕੌਰ ਜੀ, ਤੇ ਸਾਡੇ ਮਾਨ ਸਾਹਿਬ ਦੇ ਮਿਸੀ ਨੇ ਗੀਤਿੰਦਰ ਕੌਰ ਜੀ, ਦੋਨੇ ਭੈਣਾਂ, ਬੱਚੇ ਸਾਰੇ ਮਿਲਦੇ ਆ। ਉਹ ਪਰਿਵਾਰਕ ਸੰਬੰਧ ਉਹਨਾਂ ਦੇ ਉਵੇਂ ਹੀ ਹੈ। ਸਾਡੀ ਆਈਡੀਓਲੋਜੀਕਲੀ ਲੜਾਈ ਹੈ, ਜਾਂਦੇ ਆਉਂਦੇ ਆ ਤੇ ਲੇਕਿਨ ਕਿਉਂਕਿ ਆਈਡੀਓਲੋਜੀ ਦਾ ਕਾਫੀ ਅੰਤਰ ਹੈ, ਇਸ ਕਰਕੇ ਪਰਿਵਾਰ ਮਿਲਦਾ ਹੈ। ਮਾਨ ਸਾਹਿਬ ਆਈਡੀਓਲੋਜੀ ਕਰਕੇ ਉਹਨਾਂ ਨੂੰ ਘੱਟ ਮਿਲਦੇ ਆ, ਜਦ ਮਿਲਦੇ ਆ ਪੂਰਾ ਵਿਸ਼ ਕਰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਬੇਸ਼ੱਕ ਦੀ ਉਹ ਆਈਡੀਓਲੋਜੀ ਕਰਕੇ ਇੱਕ ਲਾਈਨ ਤਾਂ ਬਹੀ ਵੀ ਹੈ, ਉਹ ਬਹੀ ਰਹੂਗੀ, ਲੇਕਿਨ ਪਰਿਵਾਰਕ ਸਾਂਝਾਂ ਉਹ ਸਾਰੀਆਂ ਹੁੰਦੀਆਂ। ਸਾਡੀਆਂ ਰਿਸ਼ਤੇਦਾਰੀਆਂ ਕਾਂਗਰਸੀਆਂ ਵਿੱਚ ਹੀ ਆ, ਹੋਰਾਂ ਪਾਰਟੀਆਂ ਵਿੱਚ ਬਾਦਲ ਦਲਾਂ ਜਿਹੜੀਆਂ ਉਹਨਾਂ ਵਿੱਚ ਰਿਸ਼ਤੇਦਾਰੀਆਂ ਉਹਨਾਂ ਦੀ ਇੱਧਰ ਹੈ, ਉਹਦੀ ਰਿਸ਼ਤੇਦਾਰੀਆਂ ਉਵੇਂ ਕਾਇਮ ਰਹਿੰਦੀਆਂ। ਜਿਹੜੀ ਅਸੂਲਨ ਲੜਾਈ ਹੈ, ਮਾਨ ਸਾਹਿਬ ਤਾਂ ਅਸੂਲ ਦੀ ਲੜਾਈ ਲੜ ਰਹੇ, ਸੱਚ ਦੀ ਲੜਾਈ ਲੜ ਰਹੇ ਨਾ। ਉਹਦੇ ਵਿੱਚ ਕੋਈ ਉਹਨਾਂ ਦਾ ਰਿਸ਼ਤੇਦਾਰ ਆ ਜਾਵੇ, ਕੋਈ ਦੋਹਤਾ ਪੋਤਾ ਆ ਜਾਵੇ, ਕੋਈ ਹੋਰ ਆ ਜਾਵੇ, ਉਹ ਇੱਕ ਸੈਪਰੇਟ, ਉਹਨੂੰ ਤਾਂ ਵੱਖਰਾ ਕਰਨਾ ਹੀ ਪਊਗਾ ਨਾ। ਉਹਨੇ ਆਪਣੇ ਆਈਡੀਓਲੋਜੀ ਤਾਂ ਵੱਖਰੇ ਜਾਣਾ ਨਹੀਂ, ਆਪਣੇ ਨਿਸ਼ਾਨੇ 'ਤੇ ਉਹ ਕਾਇਮ ਨੇ। ਉਹ ਲੜਾਈ ਚੱਲ ਰਹੀ ਹੈ, ਉਹ ਲੜਾਈ ਚੱਲਦੀ ਰਹੂਗੀ, ਲੇਕਿਨ ਪਰਿਵਾਰਕ ਰਿਸ਼ਤੇ ਸਾਡੇ ਉਹ ਵੀ ਆ ਜਿੱਥੇ ਇੱਥੇ ਨਿਭਾਉਂਦੇ ਰਹਿਣਗੇ। ਇੱਕ ਕਿਰਪਾਨ ਨੂੰ ਲੈ ਕੇ ਜੀ ਕਈ ਵੱਖ-ਵੱਖ ਜਿਹੜੇ ਇਸ਼ੂਜ਼ ਹੋਏ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜੇ ਹੋਏ। ਪਹਿਲਾਂ ਵੀ ਜਦੋਂ MP ਬਣੇ ਤਾਂ ਉਦੋਂ ਵੀ ਪਾਰਲੀਮੈਂਟ 'ਚ ਨਹੀਂ ਗਏ ਸੀ, ਉਹਦਾ ਕਾਰਨ ਇਹੀ ਦੱਸਿਆ ਜਾਂਦਾ ਵੀ ਉਹ ਕਿਰਪਾਨ ਲੈ ਕੇ ਇਹਨਾਂ ਨੂੰ ਅੰਦਰ ਅਲਾਉ ਨਹੀਂ ਕਰਦੇ ਸੀਗੇ ਜਾਣਾ, ਪਰ ਇਹ ਕਹਿ ਰਹੇ ਸੀਗੇ ਵੀ ਮੈਂ ਕਿਰਪਾਨ ਨਹੀਂ ਛੱਡਾਂਗਾ, ਮੈਂ ਨਾਲ ਹੀ ਲੈ ਕੇ ਜਾਊਂਗਾ। ਫਿਰ ਉਸ ਤੋਂ ਬਾਅਦ ਵੀ ਕਈ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ। ਹੁਣ ਵੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਕਿਰਪਾਨ ਚੱਕੀ ਰੱਖਦੇ, ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਵੀ ਇਸ ਬਾਰੇ ਮਾੜਾ ਮੋਟਾ ਬੋਲਦੇ ਰਹੇ ਨੇ।
ਕਿਰਪਾਨ ਨੂੰ ਲੈ ਕੇ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਇਸ ਗੱਲ ਤੇ ਪੱਕੇ ਨੇ ਵੀ ਮੈਂ ਕਿਰਪਾਨ ਆ ਜਿਹੜੀ ਉਹ ਇੱਕ ਕਕਾਰ ਹੋਣ ਦੇ ਨਾਂ ਤੇ ਵੀ ਮੈਂ ਇਸ ਦੀ ਇੱਜ਼ਤ ਕਰਦਾ, ਮੈਂ ਇਹਨੂੰ ਨਹੀਂ ਛੱਡਾਂਗਾ। ਹੋਰ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਦੱਸੋਗੇ ਜਦੋਂ ਕਿਰਪਾਨ ਨੂੰ ਲੈ ਕੇ ਉਹਨਾਂ ਨੇ ਜਿਹੜਾ ਹੈਗਾ ਕੋਈ ਸੈਕਰੀਫਾਈਸ ਹੋਰ ਕੀਤਾ ਹੋਵੇ? ਕਿਰਪਾਨ ਜਿਹੜੀ ਹੈ ਸਾਡਾ ਧਾਰਮਿਕ ਚਿੰਨ੍ਹ, ਆਪ ਜੀ ਨੂੰ ਵੀ ਪਤਾ, ਸਾਰੀ ਸਿੱਖ ਕੌਮ ਨੂੰ ਪਤਾ, ਸਾਰੇ ਪੰਜਾਬੀਆਂ ਨੂੰ ਪਤਾ ਹੈ, ਪੰਜੇ ਕਕਾਰਾਂ ਵਿੱਚ ਹੈ। ਉਹਨੂੰ ਛੱਡ ਕੇ ਸਾਨੂੰ ਹੁਕਮ ਹੈ ਗੁਰੂ ਸਾਹਿਬ ਦਾ, ਪੰਜੇ ਕਕਾਰਾਂ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਹੀਂ। ਰਹਿਤ ਪਿਆਰੀ ਜੋ ਕਕਾਰ ਜੇ ਪਹਿਲਾਂ ਹੋਣਗੇ ਉਹਨਾਂ ਦੇ ਅਸੂਲਾਂ ਤੇ ਅਸੀਂ ਕਾਇਮ ਹੋਵਾਂਗੇ ਤਾਂ ਹੀ ਸਾਡੀ ਸਿੱਖੀ ਕਾਇਮ ਰਹੂਗੀ ਨਾ ਜੀ। ਤੇ ਉਹ ਕਕਾਰ ਜੇ ਛੱਡਦੇ ਫਿਰ ਤਾਂ ਸਭ ਕੁਛ ਸਾਡਾ ਛੱਡਤਾ। ਇਸ ਕਰਕੇ ਜਦੋਂ ਪਹਿਲੀ ਵਾਰ 89 ਵਿੱਚ MP ਬਣੇ ਨੇ ਤਰਨ ਤਾਰਨ ਤੋਂ, ਤਾਂ ਉਸ ਟਾਈਮ ਫਿਰ ਇਹ ਕਿਰਪਾਨ ਦਾ ਇਸ਼ੂ ਆਇਆ ਸੀਗਾ। ਤੇ ਉਦੋਂ ਕਿਉਂਕਿ ਅਸੀਂ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲਾ ਜੀ ਉਹਦੇ ਵਿੱਚੋਂ ਨਿਕਲੇ ਆ, ਉਹਦੀ ਅਗਵਾਈ ਚੋਂ ਨਿਕਲੇ ਆ। ਉਹ ਸਾਡੀ ਸੋਚ ਵੀ ਸਿੱਖੀ ਨਾਲ ਮੇਲ ਖਾਂਦੀ ਹੈ, ਉਹ ਸਾਡੀ ਅਗਵਾਈ ਕਰਦੀ ਦਮਦਮੀ ਟਕਸਾਲ। ਤੇ ਉਸ ਟਾਈਮ ਉਹਨਾਂ ਵੱਲੋਂ ਵੀ ਸਾਨੂੰ ਹੁਕਮ ਸੀ ਤੇ ਸਾਡੀ ਆਪਣੀ ਮਾਨ ਸਾਹਿਬ ਦੀ ਕੋਸ਼ਿਸ਼ ਵੀ ਇਹ ਕਹਿ ਰਹੀ ਸੀ ਵੀ ਮੈਂ ਕਿਰਪਾਨ ਤੋਂ ਬਿਨਾਂ ਨਹੀਂ ਜਾਣਾ। ਇਹ ਨਹੀਂ ਵੀ ਚਲੋ ਉਹਨਾਂ ਵੱਲੋਂ ਹੁਕਮ ਹੋਇਆ ਉਹ ਵੀ ਜ਼ਰੂਰੀ ਸੀ, ਲੇਕਿਨ ਉਹਨਾਂ ਦੀ ਆਪਣੀ ਕੋਸ਼ਿਸ਼ ਕਕਾਰ ਸੀਗੇ, ਉਹ ਇਹਨਾਂ ਦਾ ਰਾਈਟ ਸੀਗਾ, ਉਹ ਕੌਨਸਟੀਟਿਊਸ਼ਨ ਰਾਈਟ ਹੈ ਇਹਨਾਂ ਦਾ। ਲੇਕਿਨ ਗੌਰਮੈਂਟ ਨੇ ਇਹਨਾਂ ਨੂੰ ਜਲੀਲ ਕਰਨ ਵਾਸਤੇ, ਸਾਡੇ ਕਕਾਰਾਂ ਨੂੰ ਨਿਸ਼ਾਨਾ ਬਣਾਉਣ ਵਾਸਤੇ, ਸਾਡੇ ਧਰਮ ਨੂੰ ਨੀਚਾ ਦਿਖਾਉਣ ਵਾਸਤੇ ਉਹ ਗੱਲਾਂ ਕੀਤੀਆਂ, ਉਹ ਜਾਇਜ਼ ਨਹੀਂ ਸੀਗੀਆਂ। ਇਹਨਾਂ ਨੇ ਜੋ ਸਟੈਂਡ ਲਿਆ ਉਹ ਠੀਕ ਲਿਆ, ਉਹਦੇ 'ਚ ਕੋਈ ਗੱਲ ਨਹੀਂ। ਸਾਡੇ ਕਕਾਰ ਪਹਿਲਾਂ ਹੈ, ਹਾਂਜੀ, ਸਾਨੂੰ ਸਿੱਖੀ ਪਹਿਲਾਂ ਹੈ, ਮੌਤ ਦੀ ਗੱਲ ਤਾਂ ਬਾਅਦ ਦੀ ਹੈ। ਮੌਤ ਸਾਨੂੰ ਲੈਣੀ, ਪ੍ਰਾਪਤ ਕਰਨੀ ਸੌਖੀ ਹੈ। ਕਕਾਰਾਂ ਤੋਂ ਬਿਨਾਂ ਸਾਨੂੰ ਰਹਿਣਾ, ਉਹ ਤਾਂ ਸਾਡੀ ਜ਼ਿੰਦਗੀ 'ਚ ਜਿਉਂਦੇ ਹੀ ਮਰ ਜਾਵਾਂਗੇ ਅਸੀਂ। ਉਹ ਅਸੀਂ ਨਹੀਂ ਕਰਨਾ, ਮਾਨ ਸਾਹਿਬ ਕਰ ਸਕਣ, ਨਾ ਕੋਈ ਸਿੱਖ ਕਰ ਸਕਦਾ। ਉਹ ਵੀ ਇੱਕ ਚੰਗੇ ਸਿੱਖ ਨੇ, ਇਸ ਕਰਕੇ ਉਹਨਾਂ ਨੇ ਉਹ ਜੋ ਪਹਿਰਾ ਦਿੱਤਾ ਹੈ ਕਿਰਪਾਨ ਵਾਲੀ ਗੱਲ ਤੇ 89 ਦੇ ਵਿੱਚ, ਉਹ ਗੌਰਮੈਂਟ ਤੇ ਇੱਥੋਂ ਦੇ ਹੁਕਮਰਾਨਾਂ ਦੀ ਇੱਕ ਬਦਨੀਤੀ ਸੀਗੀ, ਨਾ ਕਿ ਸਾਡੀ ਕੋਈ ਧਰਮੀ ਜਾਂ ਸਮਾਜਿਕ ਜਾਂ ਕੋਈ ਇਨਸਾਨੀਅਤ ਵਾਲੀ ਗਲਤੀ ਸੀਗੀ। ਉਹ ਸਟੈਂਡ ਬਿਲਕੁਲ ਦੁਰਸਤ ਸੀ ਮਾਨ ਸਾਹਿਬ ਦਾ, ਉਹ ਤੇ ਅਸੀਂ ਹੁਣ ਵੀ ਪਹਿਰਾ ਦੇ ਰਹੇ ਹਾਂ। ਤੇ ਉਸ ਤੋਂ ਬਾਅਦ ਤਾਂ ਕੋਈ ਇਹੋ ਜਿਹੀ ਇਨਸੀਡੈਂਟ ਨਹੀਂ ਹੋਈ। ਬੇਸ਼ੱਕ ਦੀ ਇਹਨਾਂ ਨੇ ਆਪਣੀਆਂ ਹਵਾਈ ਜਹਾਜ਼ ਦੀਆਂ ਜਿਹੜੀ ਯਾਤਰਾ ਉਹਨਾਂ ਤੇ ਵੀ ਪਾਬੰਦੀ ਲਗਾਈ ਵੀ ਹੈ। ਬਾਹਰਲੇ ਮੁਲਕਾਂ, ਕੈਨੇਡਾ, ਅਮਰੀਕਾ, ਜਰਮਨ, ਇਹਨਾਂ 'ਚ ਸਾਡੀਆਂ ਸਾਰੀਆਂ ਕਿਰਪਾਨ ਦੀ ਵੀ ਖੁੱਲ੍ਹ ਗਈ, ਦਸਤਾਰ ਦੀ ਵੀ ਖੁੱਲ੍ਹ ਗਈ। ਦਸਤਾਰ ਦੇ ਵੀ ਉਹਨਾਂ ਨੇ ਕਾਨੂੰਨ ਬਣਾ ਕੇ ਸਾਨੂੰ ਪਾਸ ਕਰਤਾ। ਹੁਣ ਉਹਨਾਂ ਨੇ ਸਾਡਾ ਖਾਲਸਾ ਡੇ ਦੀ ਮਾਨਤਾ ਦੇ ਦਿੱਤੀ, ਕਾਨੂੰਨ ਬਣਾਤਾ। 13 ਅਪ੍ਰੈਲ ਨੂੰ ਕੈਨੇਡਾ ਤੇ ਅਮਰੀਕਾ ਨੇ ਕਾਨੂੰਨ ਬਣਾਤਾ ਵੀ ਖਾਲਸਾ ਡੇ ਕਿਸੇ ਕੌਮ ਮਨਾ ਸਕਦੀ ਹੈ। ਉਹ ਕੰਟਰੀ ਸਾਨੂੰ ਓਨ ਕਰ ਰਹੇ ਨੇ, ਜਿੱਥੇ ਅਸੀਂ ਪੈਦਾ ਹੋਏ, ਜਿੱਥੇ ਕੁਰਬਾਨੀ ਕੀਤੀ ਹੈ, ਜਿਹਨੂੰ ਯਾਦ ਕਰਾਉਣ 'ਚ ਅਸੀਂ ਮੂਹਰੇ ਰਹੇ ਹਾਂ, ਜਿੱਥੇ ਸਾਡੇ ਗੁਰੂ ਸਾਹਿਬਾਨ ਦੀ ਸਾਡੀ ਧਰਤੀ ਹੈ, ਉੱਥੇ ਇੱਥੇ ਦੇ ਹੁਕਮਰਾਨ ਸਾਡੇ ਤੇ ਬੈਨ ਕਰ ਰਹੇ ਨੇ। ਇਹ ਤਾਂ ਇੱਕ ਨੈਚੁਰਲੀ ਹੈ ਵੀ ਆਪ ਵੀ ਜੱਜ ਕਰ ਸਕਦੇ ਹੋ ਵੀ ਕਿੱਥੇ ਬੇਇਨਸਾਫੀ ਹੋ ਰਹੀ ਹੈ। ਸੰਗਤ ਵੀ ਕਰ ਸਕਦੀ ਹੈ ਵੀ ਬੇਇਨਸਾਫੀ ਕੌਣ ਕਰ ਰਿਹਾ, ਹੁਕਮਰਾਨ ਕਰ ਰਹੇ ਜਾਂ ਅਸੀਂ ਕਰ ਰਹੇ ਹਾਂ। ਉਹ ਤਾਂ ਸਾਡਾ ਰਾਈਟ ਹੈ, ਸਾਡਾ ਧਾਰਮਿਕ ਰਾਈਟ ਵੀ ਹੈ, ਕੌਨਸਟੀਟਿਊਸ਼ਨ ਰਾਈਟ ਵੀ ਹੈ। ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਵੀ ਪਹਿਨ ਸਕਦੇ ਹਾਂ, ਰੱਖ ਸਕਦੇ ਹਾਂ, ਲਿਜਾ ਸਕਦੇ ਹਾਂ, ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ। ਉਹ ਸਾਨੂੰ ਕਿਉਂ ਨਹੀਂ ਇਹ ਸਾਨੂੰ ਇਜਾਜ਼ਤ ਦੇ ਰਹੇ? ਉਹ ਸਾਨੂੰ ਜਲਾਲਤ ਕਰ ਰਹੇ ਹੈ। ਇਹ ਜਲਾਲਤ ਤੇ ਸਾਨੂੰ ਖਾਲਿਸਤਾਨ ਵੱਲ ਜਾ ਰਹੀ ਹੈ। ਇਹ ਵਧੀਕੀਆਂ, ਵਿਤਕਰੇ, ਬੇਇਨਸਾਫੀਆਂ, ਜਲਾਲਤ ਸਾਨੂੰ ਉਸ ਵੱਲ ਜਾ ਰਹੀ ਹੈ। ਰਾਣਾ ਸਾਹਿਬ, ਜਾਂਦੇ ਜਾਂਦੇ ਆਪਾਂ ਘਰ ਤੇ, ਕਿਉਂਕਿ ਘਰ ਤੋਂ ਗੱਲ ਸ਼ੁਰੂ ਕੀਤੀ ਸੀ, ਚਲੋ ਵਾਈਂਡ ਅਪ ਇੱਥੇ ਹੀ ਕਰ ਦਿੰਦੇ ਆ। ਇਹ ਜਿਹੜੀ ਜਗ੍ਹਾ ਹੈ ਕਿਲ੍ਹਾ ਹਰਨਾਮ ਸਿੰਘ ਹੈ, ਇਹ ਕਿੰਨੇ ਕਿੱਲਿਆਂ ਦੇ ਵਿੱਚ ਬਣਿਆ ਹੋਇਆ? ਪੂਰੀ ਜਿਹੜੀ ਜਗ੍ਹਾ ਜਿਹੜੀ ਰਿਹਾਇਸ਼ ਹੈ, ਇਹ ਰਿਹਾਇਸ਼ ਤਾਂ 4-5 ਕਿੱਲਿਆਂ ਵਿੱਚ ਹੈ ਸਿਰਫ ਜੀ। ਆ ਪਿੱਛੇ ਫਾਰਮ ਹੈ ਇਹਨਾਂ ਦਾ 100 ਏਕੜ ਸੀਗਾ, ਕੁਛ ਇਹਨਾਂ ਨੇ ਦੇਤੀ, ਵੇਚਤੀ ਹੈ। ਹੁਣ ਮੇਰੇ ਖਿਆਲ 60-70 ਕਿੱਲੇ ਇੱਥੇ ਰਹਿ ਗਏ ਨੇ। ਇਹ ਬਾਕੀ ਇਹਨਾਂ ਦੀ ਰਿਹਾਇਸ਼ਾਂ ਸ਼ਿਮਲੇ ਵੀ ਹੈਗੀ ਹੈ, ਡਲਹੌਜੀ ਹੈਗੀ ਹੈ, ਦਿੱਲੀ ਹੈ, ਚੰਡੀਗੜ੍ਹ ਹੈ। ਉਹ ਵੱਖਰੀ ਵੱਖਰੀਆਂ ਰਿਹਾਇਸ਼ਾਂ ਇਹਨਾਂ ਦੇ ਬਾਪੂ ਜੀ ਦੀਆਂ ਸਮੇਂ ਦੀ ਬਣੀ ਵੀਆਂ। ਕੋਈ ਬਾਅਦ 'ਚ ਤਾਂ ਇਹਨਾਂ ਦੀ ਜਾਇਦਾਦ ਨਹੀਂ ਬਣਾਈ, ਵੀ ਜਦੋਂ ਸਿਆਸਤ ਵਿੱਚ ਆਏ ਕੋਈ ਜਾਇਦਾਦ ਨਹੀਂ ਬਣਾਈ, ਨਾ ਕੋਈ ਉਸ ਪਾਸੇ ਵੱਲ ਗਏ ਨਾ ਬਣਾਈ। ਇਹ ਸਭ ਇਹਨਾਂ ਦੀ ਜੱਦੀ ਜਾਇਦਾਦ ਹੈ, ਇਹਨਾਂ ਦੇ ਬਜ਼ੁਰਗਾਂ ਦੀ ਬਣਾਈ ਵੀ ਹੈ। ਅੱਛਾ, ਇਹਨਾਂ ਦੇ ਬੇਟੇ ਨੇ ਇਮਾਨ ਸਿੰਘ ਮਾਨ ਜੀ, ਉਹ ਵੀ ਇਸੇ ਤਰੀਕੇ ਨਾਲ, ਉਹ ਵੀ ਜਿਵੇਂ ਇਹਨਾਂ ਨੇ ਫੈਸਲਾ ਲਿਆ ਸੀਗਾ ਵੀ ਮੈਂ ਇੱਥੇ ਆਪਣੇ ਜੱਦੀ ਘਰ 'ਚ ਹੀ ਰਹੂੰਗਾ। ਬੇਸ਼ੱਕ ਜਿਵੇਂ ਤੁਸੀਂ ਦੱਸਿਆ ਵੀ ਰਿਹਾਇਸ਼ਾਂ ਬਹੁਤ ਸੀਗੀਆਂ, ਪਹਾੜਾਂ 'ਚ ਰਹਿ ਸਕਦੇ ਸੀ, ਦਿੱਲੀ, ਚੰਡੀਗੜ੍ਹ ਰਹਿ ਸਕਦੇ ਸੀ। ਤੇ ਇਮਾਨ ਸਿੰਘ ਨੇ ਜਿਹੜੇ, ਉਹ ਵੀ ਇਸੇ ਤਰੀਕੇ ਦੀ ਸੋਚ ਰੱਖਦੇ ਨੇ, ਉਹ ਵੀ ਇੱਥੇ ਹੀ ਰਹਿਣਾ ਪਸੰਦ ਕਰਦੇ ਨੇ ਤੇ ਅੱਗੇ ਇੱਥੇ ਹੀ ਰਹਿਣ ਦੀ ਗੱਲ ਕਰਦੇ ਨੇ। ਬਿਲਕੁਲ ਬਿਲਕੁਲ, ਉਹ ਵੀ ਇੱਥੇ ਹੀ ਰਹਿਣਾ ਪਸੰਦ ਕਰਦੇ ਨੇ। ਮੈਂ ਉਹਨਾਂ ਦੀ ਆਪ ਜੀ ਨੂੰ ਜ਼ਿਕਰ ਕਰਨਾ ਚਾਹੁੰਦਾ ਹਾਂ। ਉਹ ਮੈਰਿਡ ਨੇ, ਉਹਨਾਂ ਦੇ 2 ਬੱਚੇ ਨੇ, ਉਹਨਾਂ ਦੀ ਵਾਈਫ ਹੈ। ਉਹ ਚੰਡੀਗੜ੍ਹ ਰਹੇ ਨੇ, ਇੱਥੇ ਰਹੇ ਨੇ, ਆਪਣੇ ਬਾਪੂ ਜੀ ਕੋਲ ਰਹਿ ਰਹੇ ਨੇ। ਉਹ ਉੱਥੇ ਜਾਂਦੇ ਆ ਬੱਚਿਆਂ ਨੂੰ ਮਿਲਣ, ਪਰ ਕਿਉਂਕਿ ਉਹਨਾਂ ਦਾ ਦਿਲ ਇੱਥੇ ਲੱਗਦਾ, ਉਹ ਉਹਨਾਂ ਬੱਚਿਆਂ ਨੂੰ ਮਿਲ ਕੇ ਇੱਥੇ ਆਉਂਦੇ ਰਹੇ। ਰਾਤ ਨੂੰ ਬਾਪੂ ਜੀ ਕੋਲੇ ਸੌਂਦੇ ਨੇ, ਉਹਨਾਂ ਨਾਲ ਵਿਚਾਰਾਂ ਕਰਦੇ ਨੇ, ਲੋਕਾਂ ਦੀ ਸੇਵਾ ਕਰਦੇ ਨੇ। ਇੱਥੇ ਇਲਾਕੇ ਦੀ, ਸਾਰੇ ਪੰਜਾਬ ਦੀ ਸੇਵਾ ਕਰਦੇ, ਪੰਜਾਬ ਦੇ ਲੋਕ ਇੱਥੇ ਆਉਂਦੇ ਨੇ। ਅਸੀਂ ਦਫ਼ਤਰੋਂ ਆਪ ਵੀ ਸੇਵਾ ਕਰਦੇ ਹਾਂ, ਉਹਨਾਂ ਨੂੰ ਮਿਲਦੇ, ਉਹ ਵੀ ਸਾਰੀ ਗੱਲ, ਉਹਨਾਂ ਦੀ ਮਸਲੇ ਸੁਣਦੇ ਨੇ, ਹੱਲ ਕਰਦੇ ਨੇ। ਉਹ ਆਪਣੇ ਬਾਪੂ ਜੀ ਦੀ ਆਪਣੀ ਜ਼ਮੀਨ ਨਾਲ ਜੁੜੇ ਨੇ, ਆਪਣੀ ਥੱਲੀ ਗੱਲ ਨਾਲ ਜੁੜੇ ਪਏ ਨੇ। ਉਹ ਇਸ ਕਰਕੇ ਉਹ ਇੱਥੇ ਰਹਿਣਾ ਉਹ ਵੀ ਪਸੰਦ ਕਰਦੇ ਨੇ। ਉਹ ਵੀ ਸੰਸਕਾਰ ਮਿਲੀ ਉਹਨਾਂ ਨੂੰ। ਉਹਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੋਗਿੰਦਰ ਸਿੰਘ ਮਾਨ ਤੋਂ ਮਿਲੀ, ਜੋਗਿੰਦਰ ਸਿੰਘ ਮਾਨ ਨੂੰ ਆਪਣੇ ਬਾਬਾ ਜੀ ਤੋਂ, ਦਾਦਾ ਜੀ ਤੋਂ ਮਿਲੀ। ਉਹ ਅੱਗੇ ਸਾਰੀ ਚੱਲਦੀ ਆ ਰਹੀ ਹੈ, ਸਾਰੇ ਅੱਗੇ ਬੱਚਿਆਂ ਦੀ ਉਹ ਜਾ ਰਹੀ ਹੈ। ਤੇ ਹੁਣ ਵਾਈਫ ਉੱਥੇ ਚੰਡੀਗੜ੍ਹ, ਬੱਚੇ ਉੱਥੇ, ਉਹ ਇੱਥੇ ਰਹਿੰਦੇ ਨੇ। ਤੇ ਉਹ ਇਹ ਤੋਂ ਹੀ ਸਮਝ ਆ ਰਹੀ ਹੈ ਵੀ ਉਹ ਇਸ ਗੱਲ ਨੂੰ ਲਾਈਕ ਕਰਦੇ ਨੇ, ਇੱਥੇ ਜੁੜੇ ਹੋਏ ਨੇ। ਜਿਵੇਂ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਜੀ, ਉਹ ਪਾਕਿਸਤਾਨ ਦੇ ਵਿੱਚ ਜਦੋਂ ਪਹਿਲਾਂ ਸੀਗੇ, ਉਹ ਉੱਥੇ ਵੀ ਇਸ ਤਰੀਕੇ ਦੇ ਨਾਲ ਲੋਕਾਂ ਦੀ ਜਿਹੜੀ ਮਦਦ ਕਰਦੇ, ਜਿਵੇਂ ਤੁਸੀਂ ਦੱਸਿਆ ਇੱਥੇ ਆ ਕੇ ਬਹੁਤ ਸਾਰੇ ਲੋਕਾਂ ਨੂੰ ਵਸਾਇਆ ਉਹਨਾਂ ਨੇ ਆਪਣੇ ਨਾਲ, ਉੱਥੇ ਵੀ ਇਸ ਤਰੀਕੇ ਨਾਲ ਮਦਦ ਕਰਦੇ ਰਹਿੰਦੇ ਸੀਗੇ। ਸਰਦਾਰ ਜੋਗਿੰਦਰ ਸਿੰਘ ਮਾਨ ਬਹੁਤ ਹੀ ਆਲਾ ਸ਼ਖਸੀਅਤ ਸਨ। ਉਹਨਾਂ 'ਚ ਇਨਸਾਨੀਅਤ, ਧਰਮੀ, ਅਖਲਾਕੀ, ਸਾਰੇ ਉਹਨਾਂ 'ਚ ਗੁਣ ਸੀਗੇ।
ਉਹ ਜਦੋਂ ਉੱਥੇ ਉਹਨਾਂ ਕੋਲ 22,000 ਏਕੜ ਸੀ ਅੰਗਰੇਜ਼ਾਂ ਦੇ, ਉਹ ਕਰਤਾ ਧਰਤਾ ਸੀਗੇ 22 ਪਿੰਡਾਂ ਦੇ, ਉਹਨਾਂ ਦੀ ਸਾਰੀ ਭਰਤੀ ਉਹ ਕਰਦੇ ਇਸ ਲਗਾਨ ਸਾਰਾ ਇਕੱਠਾ ਕਰ, ਬਹੁਤ ਵੱਡਾ ਰੁਤਬਾ ਸੀਗਾ। ਲੇਕਿਨ ਉਦੋਂ ਵੀ ਉਹ ਲੋਕਾਂ ਨਾਲ ਜੁੜੇ ਰਹੇ, ਉੱਥੇ ਵੀ ਉਹ ਸੇਵਾ 22 ਪਿੰਡਾਂ ਦੇ ਇਲਾਕੇ ਤੇ ਹੋਰ ਪਾਕਿਸਤਾਨ ਜਿਹੜੇ ਉਹਨਾਂ ਦੇ ਇਲਾਕੇ ਹਿੰਦੂ ਸਿੱਖ ਤੋਂ ਇਲਾਵਾ ਇਸ ਵਖਰੇਵੇਂ ਤੋਂ ਇਲਾਵਾ ਵੀ ਉਹਨਾਂ 'ਚ ਸਿੱਖੀ ਤਾਂ ਹੈਗੀ ਸੀ, ਸਿੱਖੀ ਮੇਰੇ 'ਚ ਵੀ ਆ, ਤੁਹਾਡੇ ਵੀ ਹੋਊਗੀ, ਉਹ ਸਾਰਿਆਂ 'ਚ ਹੁੰਦੀ ਹੈ। ਲੇਕਿਨ ਉਹ ਆਪਣੀ ਕੌਮ ਦੇ ਨਾਲ ਨਾਲ ਦੂਜੀਆਂ ਧਰਮਾਂ ਦਾ ਸਤਿਕਾਰ ਪਿਆਰ ਦੂਜੀਆਂ ਕੌਮਾਂ ਨੂੰ ਕਰਦੇ, ਉੱਥੇ ਵੀ ਕਰਦੇ ਆ ਰਹੇ, ਇੱਥੇ ਵੀ ਕਰਦੇ ਰਹੇ ਆ। ਉਹਨਾਂ ਦਾ ਸਾਰੇ ਸਾਡੇ ਇੱਥੇ ਬਸੀ ਪਠਾਣਾ ਬਹੁਤ ਸਾਰੇ ਹਿੰਦੂ ਨੇ, ਚੰਗੇ ਚੰਗੇ ਲਾਲੇ ਜਿਹੜੇ ਸਰਹੰਦ ਨੇ, ਉਹਨਾਂ ਦਾ ਬਹੁਤ ਪਿਆਰ ਸੀ, ਅਜੇ ਵੀ ਸਾਡੇ ਕੋਲ ਆਉਂਦੇ ਜਾਂਦੇ ਨੇ ਉਹਨਾਂ ਕਰਕੇ, ਕਿ ਉਹਨਾਂ ਦਾ ਸਾਰੀ ਕੌਮਾਂ ਨਾਲ ਧਰਮਾਂ ਨਾਲ ਬਹੁਤ ਪਿਆਰ ਸੀ। ਉਹ ਇਹ ਵੀ ਕਰਦੇ ਨੇ, ਪਰ ਇਹਨਾਂ ਦੀ ਇਮੇਜ ਪ੍ਰੈਸ ਨੇ ਥੋੜੀ ਜਿਹੀ ਡੈਮੇਜ ਕਰੀ ਹੈ, ਉਹ ਹੌਲੀ ਹੌਲੀ ਠੀਕ ਹੋ ਰਹੀ ਹੈ। ਜਿਉਂ ਲੋਕ ਇਹਨਾਂ ਨੂੰ ਸਮਝ ਰਹੇ ਨੇ, ਜਿਹੜਾ ਇਹਨੂੰ ਸਮਝ ਗਿਆ ਉਹ ਫਿਰ ਇਹਨਾਂ ਦਾ ਕਾਇਲ ਹੋ ਗਿਆ ਸਦਾ ਲਈ, ਉਹ ਸਦਾ ਲਈ ਕਹਿ ਲੋਗਾ। ਜਿਹੜਾ ਨਹੀਂ ਸਮਝ ਸਕਦਾ ਉਹ ਥੋੜਾ ਦੂਰ ਰਹਿੰਦਾ, ਕਿਉਂਕਿ ਉਹ ਇਮੇਜ ਇਹਨਾਂ ਦੀ ਪ੍ਰੈਸ ਨੇ ਥੋੜੀ ਜਿਹੀ ਡੈਮੇਜ ਕਰੀ ਵੀ ਆ। ਅਸੀਂ ਕਾਊਂਟਰ ਕਰਦੇ ਹਾਂ, ਪਰ ਹੁਕਮਰਾਨਾਂ ਦੀ ਜਿਹੜੀ ਪ੍ਰੈਸ ਹੈ, ਮੀਡੀਆ, ਉਹਨਾਂ ਦਾ ਕੰਟਰੋਲ ਇਸ ਤਰ੍ਹਾਂ ਹੈ, ਉਹ ਸਾਨੂੰ ਕਿਤੇ ਨਾ ਕਿਤੇ ਡੈਮੇਜ ਕਰ ਜਾਂਦੇ ਨੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਟਿਵਾਣਾ ਸਾਹਿਬ ਜਾਣਕਾਰੀ ਦੇਣ ਦੇ ਲਈ। ਗੁਰਨਾ ਸਾਹਿਬ ਜੀ ਦਾ ਬਹੁਤ ਬਹੁਤ ਥੈਂਕ ਯੂ। ਸਾਈ ਸਾਹਿਬ ਤੁਹਾਡੇ ਸਾਰਿਆਂ ਦਾ, ਬਾਬੂ ਸ਼ਾਹੀ ਸਾਰਿਆਂ ਦੇ ਜਿੰਨੇ ਮੇਰੇ ਪ੍ਰਤੀਨਿਧ ਆਏ ਆ, ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ। ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਕਰ ਰਹੇ ਸੀਗੇ ਸਿਮਰਨਜੀਤ ਸਿੰਘ ਮਾਨ ਦੇ ਜ਼ਿੰਦਗੀ ਬਾਰੇ। ਅਸੀਂ ਵੱਧ ਤੋਂ ਵੱਧ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛੋਕੜ ਰਿਹਾ ਪਰਿਵਾਰ ਦਾ, ਕਿਵੇਂ ਦੇ ਉਹ ਆਪ ਨੇ, ਤੇ ਹੁਣ ਤੱਕ ਜੇ ਕੰਟਰੀਬਿਊਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਵੇਂ ਦਾ ਰਿਹਾ, ਕਿੱਥੇ ਰਹਿੰਦੇ ਨੇ, ਕਿਹੜਾ ਜੱਦੀ ਘਰ ਹੈ। ਸੋ ਪੂਰੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।